ਵਾਹਿਗੁਰੂ ਸਾਹਿਬ ਜੀ। ਬਿਸਨ ਪਾਦ ਸ਼ਾਂਤ ਰਾਮਾ, ਸਰਬ ਸਲੋਕੀ ਸਲੋਕ। ਪਾਸ ਪ੍ਰੀਤ ਜਸ਼ ਅਸੁਰ ਗਨ, ਨੀਚ ਮਲਨ ਪਾਪਗ। ਖਗ ਮ੍ਰਿਗ ਨਾਗ ਨਰਾਕੁਲੀ, ਹੋਤ ਪੁਨੀਤ ਧਰਮਗ। ਪਾਸ ਪ੍ਰੀਤ ਜਸ਼ ਅਸੁਰ ਗਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼੍ਰੀ ਸਰਬਲੋ ਪ੍ਰਕਾਸ਼ ਗ੍ਰੰਥ ਦੀ ਕਥਾ ਦੇ ਵਿੱਚ ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਕੱਲ ਅਨਾਤਮ ਬੁੱਧ ਤੇ ਆਤਮ ਬੁੱਧ ਦੀ ਵਿਚਾਰ ਕਰਦੇ ਪਏ ਸਨ। ਬਲ ਤੇ ਗੁਰੂ ਖਾਲਸਾ ਜੀ ਪ੍ਰਹਿਲਾਦ ਦੰਤਾਂ ਦੇ ਕੁਲ ਵਿੱਚ ਪੈਦਾ ਹੋਏ, ਜਿਨ੍ਹਾਂ ਦੀ ਅਨਾਤਮ ਬੁੱਧ ਹੁੰਦੀ ਹੈ। ਅਕਾਲ ਪੁਰਖ ਪਰਮੇਸ਼ਰ ਨੇ ਕਿਰਪਾ ਕੀਤੀ ਉਹਨਾਂ ਦੇ ਉੱਪਰ, ਉਹ ਆਤਮ ਬੁੱਧੀ ਨੂੰ ਪ੍ਰਾਪਤ ਹੋ ਗਏ ਤੇ ਉਹਨਾਂ ਨੂੰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਆਤਮ ਪਦਵੀ ਦੀ ਪ੍ਰਾਪਤੀ ਹੋ ਗਈ। ਜਿਵੇਂ ਆਤਮਾ ਪਰਮਾਤਮਾ ਬਣ ਜਾਂਦੀ ਹੈ, ਉਸ ਅਵਸਥਾ ਨੂੰ ਉਹ ਪ੍ਰਾਪਤ ਹੋ ਗਏ। ਬੀਰਜਨਾਦ ਵੀ ਉਸ ਅਵਸਥਾ ਨੂੰ ਪ੍ਰਾਪਤ ਹੋਣਾ ਚਾਹੁੰਦਾ ਹੈ, ਕਿਉਂਕਿ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਆਕਾਸ਼ ਬਾਣੀ ਦੇ ਗਿਆਨ ਦੁਆਰਾ ਉਪਰੇਰਨਾ ਦੀ ਕਰਕੇ ਤੇ ਇਸ ਵੈਰੀ ਨੂੰ ਵੀ ਆਪਣੇ ਆਪ ਦੇ ਵਿੱਚ ਮਿਲਣਾ ਚਾਹਿਆ ਹੈ। ਇਹ ਪ੍ਰਸੰਗ ਸੱਚੇ ਪਾਤਸ਼ਾਹ ਕਲਗੀਧਰ ਜੀ, ਜਿਹਨੂੰ ਆਤਮ ਗਿਆਨ ਦੀ ਕਥਾ ਕਹਿੰਦੇ ਨੇ, ਉਹ ਆਪ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਸਰਵਣ ਕਰਵਾਉਂਦੇ ਪਏ ਨੇ। ਆਓ ਪਿਆਰ ਦੇ ਨਾਲ ਅੱਗੇ ਸਰਵਣ ਕਰੀਏ ਜੀ। ਬਿਸਨ ਪਾਦ ਸ਼ਾਂਤ ਰਾਮਾ, ਸਰਬ ਸਲੋਕੀ ਸਲੋਕ। ਸੱਚੇ ਪਾਤਸ਼ਾਹ ਜੀ ਹੁਣ ਸਾਰੇ ਸਲੋਕ ਹੀ ਲਿਖਣਗੇ। ਤਾਂ ਮਹਾਰਾਜ ਸਾਹਿਬ ਜੀ ਨੇ ਇੱਥੇ ਸਰਬ ਸਲੋਕੀ ਇਹ ਉੱਪਰ ਸਰਲੇਖ ਲਿਖਿਆ ਹੈ। ਇਹ ਹੁਣ ਸਲੋਕਾਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਪਰਮੇਸ਼ਰ ਦੀ ਮਹਿਮਾ ਕਰਨਗੇ ਤੇ ਅੱਗੇ ਮਹਾਰਾਜ ਸਾਹਿਬ ਜੀ ਸਲੋਕ ਲਿਖਦੇ ਪਏ ਨੇ। ਦੁਨੀਆ ਦੇ ਉੱਪਰ ਜਿੰਨੇ ਵੀ ਨਖਿੱਧ ਜੀਵ ਹੋਏ ਨੇ ਤੇ ਉਹਨਾਂ ਦੇ ਤਾਈਂ ਸਵੈ ਲੋਕੀ ਆਪਣਾ ਲੋਕ ਦਿੱਤਾ ਏ। ਉਹਨਾਂ ਦੀ ਕਥਾ ਮਹਾਰਾਜ ਸਾਹਿਬ ਜੀ ਸਲੋਕਾਂ ਦੇ ਵਿੱਚ ਦੱਸਣਗੇ। ਸਰਬ ਮੈਨੇ ਸਾਰੇ ਹੀ ਜਿੰਨੇ ਨਖਿੱਧ ਜੀਵ ਹੋਏ ਨੇ, ਉਹਨਾਂ ਨੂੰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਆਪਣਾ ਲੋਕ ਦਿੱਤਾ ਏ। ਸਵੈ ਲੋਕੀ ਆਪਣਾ ਲੋਕ ਦਿੱਤਾ ਏ। ਉਹ ਮਹਾਰਾਜ ਸਾਹਿਬ ਜੀ ਸਲੋਕਾਂ ਦੇ ਵਿੱਚ ਕਿਰਪਾ ਕਰਦੇ ਪਏ ਨੇ। ਪਾਸ ਪ੍ਰੀਤ ਜਸ਼ ਅਸੁਰ ਗਨ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਦੇਖੋ ਦੁਨੀਆ ਦੇ ਉੱਪਰ ਪਸ਼ੂ ਹੋਏ ਨੇ, ਪ੍ਰੇਤ ਹੋਏ ਨੇ। ਜਚ ਗੁਰੂ ਖਾਲਸਾ ਜੀ ਕਬੀਰ ਦੀਆਂ ਫੌਜਾਂ ਨੂੰ ਕਹਿੰਦੇ ਨੇ। ਗਣ ਸ਼ਿਵ ਦੇ ਚੇਲੇ ਹੋਏ ਨੇ। ਅਸੁਰ ਦੈਂਤ ਹੋਏ ਨੇ, ਜਿਹੜੇ ਮੈਲੇ ਕੁਚੈਲੇ ਰਹਿੰਦੇ, ਸ਼ਰਾਬ ਆਦਿਕ ਦਾ ਸੇਵਨ ਕਰਦੇ ਤੇ ਸਦਾ ਹੀ ਇਹ ਧਰਮ ਤੋਂ ਉਲਟੇ ਕੰਮ ਕਰਦੇ ਤੇ ਸ਼ਿਵ ਦੀ ਪੂਜਾ ਕਰਦੇ ਸਨ। ਨੀਚ ਮਲਨ ਪਾਪਗ। ਸਾਧੂ ਸਾਹਿਬ ਜੀ ਕਹਿੰਦੇ ਸਾਰੇ ਨੀਚ ਹੋਏ ਨੇ, ਮਲਨ ਮੈਲੇ ਕਚੈਲੇ ਤੇ ਪਾਪ ਕਰਨ ਵਾਲੇ ਹੋਏ ਨੇ। ਇਹਨਾਂ ਦੰਤਾਂ ਨੂੰ ਪਾਪ ਕਰਨ ਦਾ ਹੀ ਪਤਾ ਸੀ, ਇਹ ਪਾਪ ਹੀ ਕਰਦੇ ਨੇ, ਮੈਲੇ ਕੁਚੈਲੇ ਨੇ, ਨੀਚ ਨੇ। ਤੇ ਇਹ ਪਸ਼ੂਆਂ ਪ੍ਰੇਤਾਂ ਜੱਛਾਂ ਤੇ ਗਣ ਸ਼ਿਵ ਦੇ ਚੇਲਿਆਂ ਵਾਂਗ ਅਸੁਰ ਦੈਂਤ ਮਲਨ ਮੈਲੇ ਨੇ।
ਨੀਚ ਗੁਣਾਂ ਦੇ ਧਾਰਨੀ ਨੇ, ਤੇ ਪਾਪ ਪੱਗ ਪਾਪ ਨੂੰ ਹੀ ਜਾਣਨ ਵਾਲੇ, ਪਾਪ ਨੂੰ ਹੀ ਕਰਨ ਵਾਲੇ ਨੇ। ਖੱਗ ਮ੍ਰਿਗ ਨਾਗ ਨਰਾ ਕੁਲੀ, ਫਿਰ ਖੱਗ ਪੰਛੀ, ਮ੍ਰਿਗ ਹਰਨ ਕੀ ਹੈ, ਤੇ ਨਾਗ ਸੱਪ ਕੀ ਹੈ, ਤੇ ਨਰਾ ਕੁਲੀ ਮਨੁੱਖਾਂ ਦੀਆਂ ਕੁਲਾਂ ਵਿੱਚੋਂ ਮਨੁੱਖ ਕੀ ਨੇ। ਹੋਤ ਪੁਨੀਤ ਧਰਮ ਅੱਗ, ਹਾਂ, ਜਿਨ੍ਹਾਂ ਨੂੰ ਵੀ ਆਤਮਬੋਧ ਹੋ ਗਿਆ ਉਹ ਫਿਰ ਪਵਿੱਤਰ ਹੋ ਜਾਂਦੇ ਨੇ ਤੇ ਧਰਮ ਦੇ ਜਾਣੂ ਹੋ ਜਾਂਦੇ ਨੇ। ਧਰਮ ਅੱਗ, ਧਰਮ ਦੇ ਜਾਣੂ ਹੋ ਜਾਂਦੇ ਨੇ। ਦੁਨੀਆ ਤੇ ਪਸ਼ੂ ਕੀ ਹੈ, ਪ੍ਰੇਤ ਕੀ ਹੈ, ਜਸ਼ ਕੀ ਹੈ, ਗਾਣ ਕੀ ਹੈ, ਫਿਰ ਅਸੁਰ ਦੈਂਤ ਕੀ ਹੈ, ਨੀਚ ਪੁਰਖ ਕੀ ਹੈ, ਮਲਨ ਮੈਲੇ ਪੁਰਖ ਕੀ ਹੈ, ਪੱਗ ਵੱਡੇ ਵੱਡੇ ਪਾਪੀ ਕੀ ਨੇ, ਜਿਨ੍ਹਾਂ ਨੂੰ ਵੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਕਿਰਪਾ ਪ੍ਰਾਪਤ ਹੋ ਗਈ, ਉਹ ਪੁਨੀਤ ਹੋ ਗਏ। ਪਵਿੱਤਰ 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 ਪੁਨੀਤ, 3 ਦਫਾ ਗੁਰੂ ਖਾਲਸਾ ਜੀ ਪਵਿੱਤਰ ਕਹੀਏ ਤੇ ਫਿਰ ਪੁਨੀਤ ਬਣਦਾ ਏ। ਤੇ ਉਹ ਦਿਆਲੂ ਕਿਰਪਾਲੂ ਪਾਤਸ਼ਾਹ ਜੀ ਦੀ ਕਿਰਪਾ ਦੇ ਪਾਤਰ ਬਣ ਗਏ, ਤੇ ਦਿਆਲੂ ਕਿਰਪਾਲੂ ਪਾਤਸ਼ਾਹ ਨੇ ਉਹਨਾਂ ਨੂੰ ਪੁਨੀਤ ਕਰ ਦੇਣਾ ਕੀਤਾ। ਸ਼ਲੋਕ ਕਿਰਪਾਵੰਤ ਸਤਿਗੁਰ ਧਨੀ, ਮਹਾਰਾਜ ਕਲਗੀਧਰ ਜੀ ਕਹਿੰਦੇ ਨੇ, ਕਿਉਂਕਿ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਕਿਰਪਾਵੰਤ ਕਿਰਪਾ ਵਾਲਾ ਏ, ਉਹ ਸਤਿਗੁਰੂ ਰੂਪ ਵੀ ਹੈ। ਸਤ ਸੱਚਾ ਏ ਤੇ ਗੁਰ ਚੇਤਨ ਤੇ ਆਨੰਦ ਸਰੂਪ ਹੈ। ਉਹ ਧਨੀ ਸਰਬ ਦਾ ਮਾਲਕ ਹੈ ਤੇ ਉਹ ਬਹੁਤਾ ਕਿਰਪਾ ਵਾਲਾ ਹੈ। ਜੋ ਸੱਚਾ ਚੇਤਨ ਸਰੂਪ ਤੇ ਧਨੀ ਆਨੰਦ ਦਾ ਮਾਲਕ ਹੈ, ਉਹ ਸਾਰਿਆਂ ਦੇ ਉੱਪਰ ਕਿਰਪਾ ਕਰਨ ਵਾਲਾ ਏ। ਕਰਤ ਪੁਨੀਤ ਦਿਆਲ, ਜਿਹਦੇ ਉੱਪਰ ਉਹ ਦਇਆ ਕਰਦਾ ਏ ਨਾ ਦਿਆਲੂ ਪਾਤਸ਼ਾਹ, ਉਹਨੂੰ ਪੁਨੀਤ ਕਰ ਦਿੰਦਾ ਏ। ਉਹਨੂੰ ਪਵਿੱਤਰ 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 ਪੁਨੀਤ, ਦੁਨੀਆ ਦੇ ਉੱਪਰ ਜਿਹੜੇ ਪਵਿੱਤਰਾਂ ਨੂੰ ਪਵਿੱਤਰ ਲੋਕ ਨੇ, ਉਹਨਾਂ ਤੋਂ ਵੀ ਵਧੇਕ ਪਵਿੱਤਰ ਕਰ ਦਿੰਦਾ ਏ। ਕਿਰਪਾ ਕਟਾਸ਼ ਵਿਲੋਕਨੋ, ਹਾਂ, ਜਿਹਦੇ ਵੱਲ ਕਿਰਪਾ ਭਰੀ ਟੇਢੀ ਨਿਗਾਹ ਨਾਲ ਵੀ ਵਿਲੋਕਨੋਂ ਵੇਖ ਲਵੇ। ਨਦਰੀ ਨਦਰ ਨਿਹਾਲ, ਆਪਣੀ ਨਦਰੀ ਕਿਰਪਾ ਦੇ ਨਾਲ ਨਿਹਾਲੋ ਨਿਹਾਲ ਕਰ ਦਿੰਦਾ ਏ। ਨਦਰੀ ਨਦਰ ਕਿਰਪਾ ਭਰੀ ਨਦਰੀ ਨਿਗਾਹ ਦੇ ਨਾਲ ਨਦਰ ਵੇਖ ਕਰਕੇ ਨਿਹਾਲੋ ਨਿਹਾਲ ਕਰ ਦਿੰਦਾ ਏ। ਕਟਾਸ਼ ਗੁਰੂ ਖਾਲਸਾ ਜੀ ਟੇਢੀ ਨਿਗਾਹ ਨੂੰ ਕਹਿੰਦੇ ਨੇ। ਇੱਕ ਦੇ ਕੋਈ ਸਾਹਮਣੇ ਆ ਜਾਵੇ ਤੇ ਸਾਹਮਣੇ ਉਹਦੇ ਉੱਪਰ ਨਿਗਾਹ ਪਾ ਦੇਣੀ। ਇੱਕ ਗੁਰੂ ਖਾਲਸਾ ਜੀ ਕੋਨੇ ਦੇ ਕੋਈ ਖਲੋਤਾ ਹੋਵੇ ਤੇ ਥੋੜੀ ਜਿਹੀ ਨਿਗਾਹ ਨੂੰ ਘੁਮਾ ਕੇ ਟੇਢਾ ਕਰਕੇ ਦੇਖਣਾ ਤੇ ਉਹਦਾ ਵੀ ਭਲਾ ਕਰ ਦੇਣਾ। ਤੇ ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਵੀ ਜਿਹੜਾ ਸਾਹਮਣੇ ਆਉਂਦਾ ਏ ਉਹਦੇ ਉੱਪਰ ਤੇ ਕਿਰਪਾ ਕਰਨੀ ਹੀ ਕਰਨੀ ਹੈ। ਜਿਹੜਾ ਕੋਈ ਕੋਨੇ ਤੇ ਵੀ ਖਲੋਤਾ ਹੋਵੇ ਨਾ, ਉੱਤੇ ਵੀ ਟੇਢੀ ਨਿਗਾਹ ਕਰਕੇ ਕਿਰਪਾ ਭਰੀ ਤੇ ਆਪ ਜੀ ਨਦਰੀ ਕਿਰਪਾ ਭਰੀ ਨਿਗਾਹ ਦੇ ਨਾਲ ਨਦਰ ਦੇਖ ਕਰਕੇ ਨਿਹਾਲੋ ਨਿਹਾਲ ਕਰ ਦਿੰਦੇ ਨੇ। ਐਸੇ ਸਤਿਗੁਰੂ ਜੀ ਨੇ, ਐਸੇ ਸਰਬਲੋ ਭਗਵਾਨ ਜੀ ਨੇ। ਗਿਆਨੀਆਂ ਦਾ ਇਹ ਵੀ ਖਿਆਲ ਹੈ, ਕਿਰਪਾਵੰਤ ਸਤਿਗੁਰ ਧਨੀ। ਸਰਬਲੋ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੇ ਮਹਾਂਕਾਲ ਜੀ ਇਹ ਅਕਾਲ ਪੁਰਖ ਦੇ 3 ਅਵਤਾਰ ਹੋਏ ਨੇ। ਇਸ ਵਾਸਤੇ ਸਰਬਲੋ ਨੂੰ ਮਹਾਰਾਜ ਕਲਗੀਧਰ ਨੇ ਆਪਣਾ ਸਤਿਗੁਰੂ ਵੀ ਆਖਿਆ ਹੈ। ਸਤਿਗੁਰੂ ਦਾ ਅਰਥ ਹੈ ਸਰਬਲੋ, ਜੋ ਧਨੀ ਮਾਲਕ ਨੇ ਸਾਰੇ ਸੰਸਾਰ ਦੇ, ਉਹ ਕਿਰਪਾ ਵਾਲੇ ਨੇ। ਉਹ ਦਿਆਲੂ, ਕੋਈ ਪਸ਼ੂ ਆ ਜਾਵੇ, ਕੋਈ ਪ੍ਰੇਤ ਆ ਜਾਵੇ, ਕੋਈ ਮੈਲਾ ਕਚੈਲਾ, ਕੋਈ ਪਾਪੀ ਆ ਜਾਵੇ, ਕੋਈ ਮਨੁੱਖ ਸੱਪ ਆ ਜਾਵੇ, ਉਹ ਸਾਰਿਆਂ ਨੂੰ ਪੁਨੀਤ ਕਰ ਦਿੰਦੇ ਨੇ। ਕਿਰਪਾ ਭਰੀ ਨਿਗਾਹ ਦੇ ਨਾਲ ਜਦੋਂ ਦੇਖਦੇ ਨੇ ਤੇ ਕਿਰਪਾ ਭਰੀ ਨਦਰੀ ਨਿਗਾਹ ਨੂੰ ਨਦਰ ਪਾ ਕਰਕੇ ਦੇਖ ਕਰਕੇ ਨਜ਼ਰ ਦੇ ਨਾਲ ਨਿਹਾਲੋ ਨਿਹਾਲ ਕਰ ਦਿੰਦੇ ਨੇ। ਗਿਆਨੀ ਚੰਦਾ ਸਿੰਘ ਜੀ ਨੇ ਕਟਾਸ਼ ਦੀ ਜਗ੍ਹਾ ਤੇ ਕਟਾਖਿਆ ਵੀ ਲਿਖਿਆ ਹੈ। ਕੱਕਾ ਟੈਂਕੇ ਨੂੰ ਕੰਨਾ ਤੇ ਖੱਖੇ ਦੇ ਪੈਰ ਵਿੱਚ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਾਠ ਆਉਂਦਾ ਨਾ, ਕਿਰਪਾ ਕਟਾਖਿਆ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ, ਉਹੀ ਮਹਾਰਾਜ ਸਾਹਿਬ ਜੀ ਇੱਥੇ ਕਿਰਪਾ ਕਰਦੇ ਪਏ ਨੇ। ਸ਼ਲੋਕ
ਜੇ ਜੇ ਪਖ ਹਰ ਕਰਤ ਹੈ। ਜਿਹੜੇ ਜਿਹੜੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਪੱਖ ਕਰਦੇ ਨੇ, ਇਸ ਸੰਸਾਰ ਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਆਪਣੇ ਆਪ ਨੂੰ ਪੱਖੀ ਕਹਿਲਾਉਂਦੇ ਨੇ। ਹਰ ਪਖ ਕਰਤ ਸਹਾਇ। ਹਰੀ ਵਾਹਿਗੁਰੂ ਅਕਾਲ ਪੁਰਖ ਜੀ ਉਹਨਾਂ ਦਾ ਪੱਖ ਕਰਦੇ ਨੇ ਤੇ ਫਿਰ ਉਹਨਾਂ ਦੀ ਸਹਾਇਤਾ ਕਰਦੇ ਨੇ। ਗਿੱਧ ਗਿਆੰਦ ਅਬ ਜਬ ਚੇਤਿਓ। ਹਾਂ, ਗਿੱਧ ਗੁਰੂ ਖਾਲਸਾ ਜੀ ਗਿਲਜ ਨੂੰ ਕਹਿੰਦੇ ਨੇ ਤੇ ਗਿਆੰਦ ਹਾਥੀ ਨੂੰ ਕਹਿੰਦੇ ਨੇ। ਇਹਨਾਂ ਦੋਨਾਂ ਨੇ ਜਦੋਂ ਚੇਤੇ ਕਰਨਾ ਕੀਤਾ ਵਾਹਿਗੁਰੂ ਅਕਾਲ ਪੁਰਖ ਨੂੰ, ਜਮ ਤੇ ਲਿਓ ਛਡਾਏ। ਇਹਨਾਂ ਨੂੰ ਜਮਦੂਤਾਂ ਤੋਂ ਛੁਡਾ ਲੈਣਾ ਕੀਤਾ। ਗਿਲਜ ਦੀ ਵੀ ਸਹਾਇਤਾ ਕੀਤੀ ਤੇ ਗਿਆੰਦ ਹਾਥੀ ਦੀ ਵੀ ਸਹਾਇਤਾ ਕੀਤੀ, ਕਿਉਂਕਿ ਗਿਲਜ ਨੇ ਸ਼੍ਰੀ ਰਾਮਚੰਦਰ ਜੀ ਦਾ ਪੱਖ ਕੀਤਾ ਸੀ ਤੇ ਗਿਆੰਦ ਨੇ ਵੀ, ਹਾਥੀ ਨੇ ਵੀ ਬਿਖਮ ਸਮੇਂ ਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਪੱਖ ਕੀਤਾ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਚੇਤੇ ਕੀਤਾ। ਸਲੋਕ ਖਾਗ ਤਨ ਮਲਨ ਕ੍ਰਿਤਾਤਮਾ। ਮਹਾਰਾਜ ਕਲਗੀਧਰ ਜੀ ਕਹਿੰਦੇ, ਦੇਖੋ ਜਿਹੜੀ ਗਿਲਜ ਸੀ, ਜਿਹੜਾ ਜਟਾਜੂ ਪੰਛੀ ਸੀ, ਗਿੱਧ ਮੈਨੇ ਜਟਾਜੂ ਪੰਛੀ, ਤੇ ਉਹਦਾ ਸਰੀਰ ਪੰਛੀਆਂ ਵਾਲਾ ਸੀ ਤੇ ਉਹ ਮਲਨ ਮੈਲਾ ਕਚੈਲਾ ਤੇ ਕ੍ਰਿਤਾਤਮਾ, ਕ੍ਰਿਤ ਆਤਮਾ, ਮਨ ਕਰਕੇ ਜੋ ਮੈਲੇ ਕ੍ਰਿਤ ਕੰਮ ਕਰਦਾ ਹੋਵੇ ਨਾ, ਉਹਨੂੰ ਮਲਨ ਕ੍ਰਿਤ ਆਤਮਾ ਕਹਿੰਦੇ ਨੇ। ਕ੍ਰਿਤ ਆਤਮਾ, ਮਲਨ ਆਤਮਾ, ਕ੍ਰਿਤ ਮਨ ਕਰਕੇ ਜਿਹਦਾ ਸੁਭਾਅ ਹੋਵੇ ਉਲਟੇ ਕੰਮ ਕਰਨ ਦਾ, ਜੀਵਾਂ ਨੂੰ ਮਾਰਨ ਦਾ, ਜੀਵਾਂ ਦਾ ਮਾਸ ਲੋਚ ਲੋਚ ਕੇ ਖਾਣ ਦਾ, ਇਹ ਜਟਾਜੂ ਦਾ ਗਿਲਜ ਦਾ ਸੁਭਾਅ ਹੁੰਦਾ ਏ। ਸੱਚੇ ਪਾਤਸ਼ਾਹ ਕਹਿੰਦੇ, ਵੇਖੋ ਮੈਂ ਤੁਹਾਨੂੰ ਕਿਹਾ ਸੀ ਨਾ ਦਇਆ ਸਿੰਘ ਜੀ ਕਿ ਮੇਰੇ ਸਤਿਗੁਰੂ ਸਰਬਲੋ ਜੀ ਅਕਾਲ ਪੁਰਖ ਪਰਮੇਸ਼ਰ ਜੀ ਗੁਰੂ ਨਾਨਕ ਸਾਹਿਬ ਜੀ ਬੜੇ ਦਿਆਲੂ ਨੇ। ਉਹ ਨੀਚਾਂ ਪਾਪੀਆਂ ਪੰਛੀਆਂ ਭੂਤਾਂ ਪ੍ਰੇਤਾਂ ਦਾ ਵੀ ਉਧਾਰ ਕਰਕੇ ਉਹਨਾਂ ਨੂੰ ਪਵਿੱਤਰ ਕਰ ਦਿੰਦੇ ਨੇ। ਵੇਖੋ ਪਸ਼ੂਆਂ ਪੰਛੀਆਂ ਵਾਲਾ ਸਰੀਰ ਤੇ ਮਨ ਕਰਕੇ ਹੀ ਮੈਲੇ ਕਚਾਲੇ ਕੰਮ ਕਰਨ ਦਾ ਸੁਭਾਵ ਐਸਾ ਜੋ ਜਟਾਜੂ। ਜਿੱਦ ਜੰਤ ਕੁਲ ਨੀਚ। ਹਾਂ, ਗਿੱਧ ਜਟਾਜੂ ਜੰਤ ਜਿਹੜਾ ਜੀਵ ਸੀ ਉਹ ਨੀਚ ਕੁਲ ਵਿੱਚ ਪੈਦਾ ਹੋਇਆ। ਪੰਛੀਆਂ ਵਿੱਚ ਵੀ ਕੁਲਾਂ ਹੁੰਦੀਆਂ ਨੇ, ਮੋਰ ਦੀ ਕੁਲ, ਗਰੜ ਦੀ ਕੁਲ, ਤੋਤੇ ਦੀ ਕੁਲ, ਬਾਜ ਦੀ ਕੁਲ ਇਤਿਆਦਿ ਉੱਚੀਆਂ ਕੁਲਾਂ ਮੰਨੀਆਂ ਗਈਆਂ ਨੇ। ਕਾਂ ਦੀ, ਗਿਲਜ ਦੀ, ਜਟਾਜੂ ਦੀ ਜਿਹੜੀ ਗੁਰੂ ਖਾਲਸਾ ਜੀ ਕੁਲ ਹੈ ਇਹ ਨੀਚ ਮੰਨੀ ਜਾਂਦੀ ਹੈ। ਕਿਸੇ ਦੇ ਚੁਬਾਰੇ ਦੇ ਉੱਪਰ ਆ ਕੇ ਮੋਰ ਬਵੇ ਜਾਂ ਕਬੂਤਰ ਬਵੇ ਜਾਂ ਤੋਤਾ ਬਵੇ ਤੇ ਵੇਖ ਕੇ ਖੁਸ਼ੀ ਕੀਤੀ ਜਾਂਦੀ ਹੈ। ਬਨੇਰੇ ਤੇ ਕਾਂ ਬਹਿ ਜਾਵੇ ਤੇ ਘਰ ਦਾ ਮਾਲਕ ਝੱਟ ਗੁਲੇਲਾ ਮਾਰ ਕੇ ਕਾਂ ਨੂੰ ਅੰਨ੍ਹਿਆ ਕਰ ਦਿੰਦਾ ਏ, ਜਾਨ ਨੂੰ ਭਜਾਉਣ ਦਾ ਯਤਨ ਕਰਦਾ ਏ। ਇਹ ਗੁਰੂ ਖਾਲਸਾ ਜੀ ਨੀਚ ਕੁਲਾਂ ਮੰਨੀਆਂ ਗਈਆਂ ਨੇ। ਸੱਚੇ ਪਾਤਸ਼ਾਹ ਕਹਿੰਦੇ ਨੇ ਪੰਛੀਆਂ ਵਾਲਾ ਸਰੀਰ ਤੇ ਮਨ ਕਰਕੇ ਹੀ ਸੁਭਾਵ ਹੈ ਜਿਹਦਾ ਮੈਲੇ ਕਚਾਲੇ ਕੰਮ ਕਰਨ ਦਾ। ਤੇ ਫਿਰ ਨੀਚ ਕੁਲ ਵਿੱਚ ਜਿਹੜਾ ਜਟਾਜੂ ਜੀਵ ਪੈਦਾ ਹੋਇਆ ਸੀ। ਹਰ ਹਿਤ ਤਜਿਓ ਪ੍ਰਾਨ ਪ੍ਰਿਯ। ਹਾਂ, ਉਹਨੇ ਹਰ ਰਾਮਚੰਦਰ ਜੀ ਦੇ ਹਿਤ ਵਾਸਤੇ ਆਪਣੇ ਪਿਆਰੇ ਪ੍ਰਾਣ ਤਜਿਓ ਮੈਨੇ ਛੱਡ ਦੇਣਾ ਕੀਤੇ। ਰਾਵਣ ਦੇ ਹੱਥੋਂ ਉਹ ਜੂਝ ਕਰਕੇ ਮਰ ਗਿਆ ਸੀ। ਅਕਾਲ ਮ੍ਰਿਤ ਕੋ ਪਾ ਮੀਚ। ਤੇ ਰਾਮ ਜੀ ਦਾ ਉਹਨੇ ਪੱਖ ਕੀਤਾ ਤੇ ਰਾਮ ਜੀ ਨੇ ਉਹਦੇ ਉੱਪਰ ਕਿਰਪਾ ਕੀਤੀ। ਮ੍ਰਿਤ ਕੋ ਮੀਚ, ਮੌਤ ਦੀ ਵੀ ਮੌਤ, ਕੋ ਮੈਨੇ ਦੀ, ਮੌਤ ਦੀ ਵੀ ਮੌਤ, ਜੋ ਅਕਾਲ ਪਦਵੀ ਹੈ ਉਹ ਉਹਨੂੰ ਬਖਸ਼ ਕਰਕੇ ਨਿਹਾਲ ਕਰਤਾਰਥ ਕਰ ਦਿੱਤਾ। ਕਿਉਂਕਿ ਅਕਾਲ ਪੁਰਖ ਜਿਹੜਾ ਏ ਉਹ ਮੌਤ ਦੇ ਉੱਪਰ ਹੈ, ਮੌਤ ਨੂੰ ਵੀ ਮਾਰਨ ਵਾਲਾ ਏ। ਇਸ ਵਾਸਤੇ ਮਹਾਰਾਜ ਕਹਿੰਦੇ ਨੇ ਮੌਤ ਦੀ ਵੀ ਮੌਤ, ਜੋ ਅਕਾਲ ਪੁਰਖ ਪਰਮੇਸ਼ਰ ਦੀ ਪਦਵੀ ਹੈ ਅਕਾਲ ਪਦ, ਉਸ ਨੂੰ ਪ੍ਰਾਪਤ ਕਰ ਲੈਣਾ ਕੀਤਾ ਜਟਾਜੂ ਪੰਛੀ ਨੇ। ਸ਼ਲੋਕ ਗ੍ਰਸਿਓ ਗ੍ਰਾਹ ਗਜਰਾਜ ਜਬ। ਗਜਰਾਜ ਮੈਨੇ ਵੱਡੇ ਹਾਥੀ ਦੇ ਤਾਈ
ਜਦੋਂ ਤੰਦੂਏ ਨੇ ਗ੍ਰਸ ਲੈਣਾ ਕੀਤਾ ਸੀ ਆਪਣੀਆਂ ਤਾਰਾਂ ਦੇ ਵਿੱਚ, ਸਿਮਰਿਓ ਹਿਰਦੈ ਗੋਪਾਲ। ਉਹਨੇ ਆਪਣੇ ਹਿਰਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਨੂੰ ਚੇਤੇ ਕੀਤਾ। ਸੱਚੇ ਪਾਤਸ਼ਾਹ ਏਡਾ ਵੱਡਾ ਸਰੀਰ ਬਖਸ਼ਿਆ ਈ, ਜੇ ਨਿੱਕੇ ਜੇ ਤੰਦੂਏ ਤੋਂ ਮਰ ਗਿਆ ਤੇ ਤੇਰੇ ਨਾਮ ਨੂੰ ਕਲੰਕ ਲੱਗ ਜਾਵੇਗਾ, ਕਿਰਪਾ ਕਰਕੇ ਮੇਰੀ ਸਹਾਇਤਾ ਕਰ ਦੇ। ਰਸ਼ ਰਸ਼ ਹਾ ਹਾ ਪ੍ਰਭੂ, ਹਾਏ ਹਾਏ ਪ੍ਰਭੂ ਰੱਖ ਲਵੋ, ਰੱਖ ਲਵੋ। ਹਾਥੀ ਨੂੰ ਮਾਰਨਾ ਹੋਵੇ ਨਾ ਤੇ ਸੂਈ ਲੈ ਕੇ ਉਹਦੀ ਸੁੰਡ ਵਿੱਚ ਮਾਰ ਦਿਓ। ਜਿੰਨਾ ਦੁੱਖ ਹਾਥੀ ਨੂੰ ਸੂਈ ਦਾ ਹੁੰਦਾ ਏ, ਉਹਨਾਂ ਦੁੱਖ ਗੁਰੂ ਖਾਲਸਾ ਜੀ ਉਹਦੇ ਪਿੰਡੇ ਤੇ ਵਰਸ਼ਾ ਮਾਰੋ ਉਹਦਾ ਨਹੀਂ ਜੇ ਹੁੰਦਾ। ਤੇ ਸੁੰਡ ਤੋਂ ਜਦੋਂ ਪਾਣੀ ਪੀਣ ਲੱਗਾ ਉਹ, ਤੇ ਤੰਦੂਏ ਨੇ ਆਪਣੀਆਂ ਤਾਰਾਂ ਦੇ ਨਾਲ ਉਹਦੀ ਸੁੰਡ ਜਕੜ ਲਈ, ਉਹਦੀ ਹਾਏ ਨਿਕਲ ਗਈ। ਉਹ ਕਹਿਣ ਲੱਗਾ ਹਾਏ ਹਾਏ ਭਗਵਾਨ ਮੈਨੂੰ ਰੱਖ ਲੈਣਾ ਕਰ, ਰੱਖ ਲੈਣਾ ਕਰ। ਸਰਨ ਸਰਨ ਪ੍ਰਾਨ ਪਾਲ। ਹੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜੀ, ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਤੁਸੀਂ ਪ੍ਰਣ ਪਾਲੋ। ਤੁਹਾਡਾ ਪ੍ਰਣ ਹੈ ਕਿ ਜਿਹੜਾ ਤੁਹਾਡੀ ਸ਼ਰਨ ਵਿੱਚ ਆਵੇ ਉਹਨੂੰ ਗਲੇ ਨਾਲ ਲਾਉਂਦੇ ਹੋ। ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਮੇਰੇ ਉੱਪਰ ਕਿਰਪਾ ਕਰੋ, ਦਇਆ ਕਰੋ। ਇਹ ਮਹਾਰਾਜ ਸਾਹਿਬ ਜੀ ਨੇ ਸਲੋਕ ਲਿਖੇ ਨੇ। ਇਹਦੇ ਵਿੱਚ ਸੱਚੇ ਪਾਤਸ਼ਾਹ ਨੇ ਦੱਸਿਆ ਏ ਕਿ ਦੁਨੀਆ ਦੇ ਉੱਪਰ ਜਟਾਯੂ ਪੰਛੀ ਹੋਇਆ ਏ ਤੇ ਹਾਥੀ ਪਸ਼ੂ ਹੋਇਆ ਏ। ਇਹਨਾਂ ਦੀ ਰੱਖਿਆ ਅਕਾਲ ਪੁਰਖ ਪਰਮੇਸ਼ਰ ਨੇ ਕੀਤੀ। ਫਿਰ ਗੁਰੂ ਖਾਲਸਾ ਜੀ ਜਟਾਯੂ ਦੀ ਪੰਛੀਆਂ ਦੇ ਵਿੱਚੋਂ ਕੁਲ ਵੀ ਉੱਚੀ ਨਹੀਂ ਸੀ, ਉਹ ਪੰਛੀ ਰਾਜ ਨਹੀਂ ਸੀ, ਉਹ ਨੀਵੀਂ ਕੁਲ ਦਾ ਸੁਭਾਅ ਵੀ ਮਾੜਾ ਸੀ ਵੀ ਜੀਵਾਂ ਨੂੰ ਖਾਣਾ। ਉਹਦੀ ਰੱਖਿਆ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਕਰ ਦਿੱਤੀ। ਜਿਹੜਾ ਮਨੁੱਖ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਧਿਆਵੇਗਾ ਕਿ ਉਹਦੀ ਰੱਖਿਆ ਨਹੀਂ ਕਰੇਗਾ, ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਉਹ ਸਾਰਿਆਂ ਦੀ ਰੱਖਿਆ ਕਰਦਾ ਆਇਆ ਏ ਤੇ ਸਦਾ ਹੀ ਰੱਖਿਆ ਕਰਦਾ ਰਹੇਗਾ। ਸ਼ਾਂਤ ਜਾਮਵੰਤ ਅੰਗਦ ਹਨੂ। ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਵੇਖੋ ਜਾਮਵੰਤ ਰਿਛ ਹੋਇਆ ਏ, ਹਨੂਮਾਨ ਬਾਂਦਰ ਹੋਇਆ ਏ, ਫਿਰ ਅੰਗਦ ਹੋਇਆ ਏ। ਸੁਗਰੀਵ ਬਭੀਖਸ਼ ਨਾਦ ਕਟਕ ਸਭ। ਫਿਰ ਸੁਗਰੀਵ ਇਹ ਵੀ ਬਾਂਦਰ ਹੋਇਆ ਏ ਤੇ ਬਭੀਖਸ਼ਨਾਦ ਬਭੀਖਸ਼ਨ ਆਦ। ਬਭੀਖਸ਼ਨ ਗੁਰੂ ਖਾਲਸਾ ਜੀ ਰਾਵਣ ਦਾ ਭਰਾ ਹੋਇਆ ਏ ਤੇ ਇਹਦੀ ਜਿਹੜੀ ਹੋਰ ਫੌਜ ਸੀ ਬਭੀਖਸ਼ਨ ਆਦਿਕ ਦੀ, ਉਹ ਸਾਰੀ ਹੀ ਤਾਰ ਦੇਣਾ ਕੀਤੀ। ਬਾਂਦਰਾਂ ਦੀ ਫੌਜ ਵੀ, ਰਿਛਾਂ ਦੀ ਫੌਜ ਵੀ, ਹਨੂਮਾਨ ਦੇ ਤਾਈ ਤੇ ਬਭੀਖਸ਼ਨਾਦਿਕ ਦੀ ਜੋ ਸਾਰੀ ਫੌਜ ਹੈ ਉਹ ਵੀ ਤਾਰ ਦੇਣਾ ਕੀਤੀ। ਤੇ ਕਰੇ ਪ੍ਰਭ ਪਾਵਨ ਸਭੀ। ਹਾਂ, ਸਾਰਿਆਂ ਦੇ ਤਾਈ ਪ੍ਰਭੂ ਨੇ ਪਾਵਨ ਕਰ ਦੇਣਾ ਕੀਤਾ, ਸਾਰਿਆਂ ਦੇ ਉੱਪਰ ਕਿਰਪਾ ਕਰ ਦਿੱਤੀ। ਹਰ ਦਾਸ ਸੇਵਕ ਸਫਲ ਅਬ ਮੈਨੇ ਹਿਰਦੇ ਤੋਂ ਸਫਲੇ ਨੇ। ਜਿਹੜੇ ਹਰੀ ਦੇ ਦਾਸ ਬਣ ਗਏ, ਸੇਵਕ ਬਣ ਗਏ, ਕਲਗੀਧਰ ਜੀ ਕਹਿੰਦੇ ਮੈਂ ਅਬ ਹਿਰਦੇ ਤੋਂ ਕਹਿਣਾ ਹਾਂ, ਹਰੀ ਨੇ ਉਹਨਾਂ ਦੇ ਤਾਈ ਸਫਲਿਆਂ ਕਰ ਦੇਣਾ ਕੀਤਾ। ਤੇ ਭਏ ਪਾਵਨ ਦਾਸ ਹਰ ਕੇ। ਜਿਹੜੇ ਪਵਿੱਤਰ ਹੋ ਗਏ ਉਹ ਹਰੀ ਦੇ ਦਾਸ ਕਹਿਲਾਉਣ ਦੇ ਯੋਗ ਹੋ ਗਏ, ਜਾਂ ਜਿਹੜੇ ਹਰੀ ਦੇ ਦਾਸ ਹੋਏ ਉਹ ਪਵਿੱਤਰ ਹੋ ਗਏ। ਪ੍ਰਭ ਸੇਵ ਦਾਸਨ ਭਾਏ ਬਨ। ਮਹਾਰਾਜ ਕਲਗੀਧਰ ਜੀ ਕਹਿੰਦੇ ਦਾਸਾਂ ਦਾ ਪ੍ਰੇਮ ਸੇਵਾ ਦੇ ਜਰੀਏ ਪ੍ਰਭੂ ਨਾਲ ਬਣ ਗਿਆ। ਅਟਲ ਪਦਵੀ ਭਏ ਪ੍ਰਾਪਤ। ਹਾਂ, ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਤੇ ਨਖਿੱਧ ਜੂਨਾਂ ਦੇ ਸਨ ਬਭੀਖਸ਼ਨ ਆਦਿਕ, ਹਨੂਮਾਨ ਆਦਿਕ, ਇਹ ਵੀ ਅਟਲ ਪਦਵੀ ਨੂੰ ਸਾਰੇ ਪ੍ਰਾਪਤ ਹੋ ਗਏ। ਹਰੀ ਦੇ ਦਾਸ, ਹਰੀ ਦੇ ਨਾਲ ਸੇਵਾ ਕਰਨੇ ਕਰਕੇ, ਹਰੀ ਦੀ ਤੇ ਪ੍ਰੇਮ ਕਰਨੇ ਕਰਕੇ ਇਹਨਾਂ ਦੀ ਹਰੀ ਦੇ ਨਾਲ ਬਣ ਗਈ ਤੇ ਅਟਲ ਪਦਵੀ ਨੂੰ ਪ੍ਰਾਪਤ ਹੋ ਗਏ। ਸੁਭਗ ਸੁਰਗਨ ਸੇਵ ਪਰਨ। ਹਾਂ, ਇਹ ਹੈ ਦੇ ਨਖਿੱਧ ਜੂਨਾਂ ਦੇ ਹੀ ਸਨ, ਪਰ ਸੁਭਗ ਸੁੰਦਰ ਸੁਰਗਣ ਦੇਵਤਿਆਂ ਵਾਲੀ ਪਦਵੀ ਇਹਨਾਂ ਨੂੰ ਪ੍ਰਾਪਤ ਹੋ ਗਈ। ਜਾਂ ਸੁਭਗ ਸੁੰਦਰ ਸੁਰਗਣ ਸਵਰਗਾਂ ਵਿੱਚ ਇਹਨਾਂ ਦਾ ਵਾਸਾ ਹੋ ਗਿਆ। ਸੇਵਾ ਦੇ ਪਰਨ ਕਹੀਏ ਆਸਰੇ,
ਸੇਵਾ ਕਰਨੇ ਕਰਕੇ, ਸੇਵਾ ਦਾ ਆਸਰਾ ਲੈਣੇ ਕਰਕੇ ਇਹਨਾਂ ਨੂੰ ਇਹ ਪਦਵੀ ਪ੍ਰਾਪਤ ਹੋਈ ਹੈ। ਚਾਰਨ ਜਸ਼ ਗੰਧਰਵ। ਹਾਂ, ਦੁਨੀਆ ਦੇ ਉੱਪਰ ਚਾਰਨ ਭੱਟ ਹੋਏ ਨੇ, ਮਰਾਸੀ ਨੇ। ਮਰਾਸੀਆਂ ਦਾ ਕੰਮ ਕੀ ਹੁੰਦਾ? ਕਲੋਲਾਂ ਕਰਕੇ ਰੋਟੀ ਖਾਣੀ। ਫਿਰ ਜਸ਼ ਤੇ ਗੰਧਰਵ, ਇਹ ਜਿੰਨੇ ਵੀ ਦੇਵਤਿਆਂ ਦੇ ਵਜੰਤਰੀ ਕਬੀਰ ਖਜ਼ਾਨਚੀ ਦੇ ਗਾਉਣ ਵਜਾਉਣ ਵਾਲੇ ਹੋਏ ਨੇ। ਵਿਦਿਆ ਧਰਾ ਪਾਵਨ ਹੋਤ ਪੇ। ਇਹ ਵਿਦਿਆਧਾਰ, ਇਹ ਸਾਰੇ ਪਵਿੱਤਰ ਹੋ ਗਏ ਨੇ, ਪਵਿੱਤਰ ਹੁੰਦੇ ਹੋਏ ਨੇ ਭਗਵਾਨ ਦੀ ਸ਼ਰਨ ਵਿੱਚ ਜਾਣੇ ਕਰਕੇ। ਵਿਦਿਆਧਾਰ ਗੁਰੂ ਖਾਲਸਾ ਜੀ ਹੈ ਤੇ ਦੇਵਤਿਆਂ ਦਾ ਵਜੰਤਰੀ ਹੈ, ਪਰ ਅਕਾਲ ਪੁਰਖ ਪਰਮੇਸ਼ਰ ਵੱਲੋਂ ਇਹਨੂੰ ਕਿਹੜੀ ਚੰਗੀ ਜੂਨ ਪ੍ਰਾਪਤ ਹੋਈ ਸੀ? ਸਿਰੇ ਦਾ ਘੋੜੇ ਦਾ ਤੇ ਧਾੜੇ ਦਾ ਮਨੁੱਖ ਦਾ, ਨਾ ਮਨੁੱਖਾਂ ਚੋਂ ਤੇ ਨਾ ਘੋੜਿਆਂ ਦੇ ਵਿੱਚੋਂ। ਐਸੀ ਨਖਿੱਧ ਜੂਨ ਇਹਨੂੰ ਪ੍ਰਾਪਤ ਹੋਈ, ਪਰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਇਹਨੇ ਜਸ ਕੀਤਾ ਤੇ ਇਹ ਜਸ਼ ਗੰਧਰਵ ਤੇ ਵਿਦਿਆਧਰ ਇਹ ਦੇਵਤਿਆਂ ਦੇ ਚਾਰਨ ਭੱਟ ਬਣ ਗਏ। ਦੇਵਪੁਰੀ ਵਿੱਚ ਇਹਨਾਂ ਦਾ ਵਾਸਾ ਹੋ ਗਿਆ, ਇਹ ਵੀ ਪਾਵਨ ਹੋ ਗਏ, ਇਹਨਾਂ ਦੇ ਉੱਪਰ ਵੀ ਕਿਰਪਾ ਹੋਈ ਹੈ। ਹਰ ਹੇਤ ਗਾਨ ਗੁਣ ਧੁਨ ਆਲਾਪਤ। ਹਾਂ, ਇਹ ਪਵਿੱਤਰ ਕਿਉਂ ਹੋਏ ਨੇ? ਕਿਉਂ ਇਹਨਾਂ ਨੂੰ ਸਵਰਗਾਂ ਵਿੱਚ ਵਾਸਾ ਮਿਲਿਆ? ਕਿਉਂਕਿ ਇਹ ਹਰੀ ਦੇ ਵਾਸਤੇ ਗਾਉਂਦੇ ਨੇ, ਹਰੀ ਦੇ ਗੁਣਾਂ ਦੀਆਂ ਧੁਨੀਆਂ ਨੂੰ ਆਲਾਪਦੇ ਨੇ। ਇਸ ਵਾਸਤੇ ਹਰੀ ਦੇ ਗੁਣਾਂ ਦੀਆਂ ਧੁਨੀਆਂ ਆਲਾਪਣੇ ਕਰਕੇ ਇਹਨਾਂ ਨੂੰ ਸਵਰਗਾਂ ਦੀ ਪ੍ਰਾਪਤੀ ਹੋ ਗਈ। ਅਛਰਾ ਗੁਣ ਨ੍ਰਿਤ ਹੈ। ਹਾਂ, ਜਿਹੜੀਆਂ ਅਪਛਰਾਂ ਨੇ ਉਹ ਵੀ ਹਰੀ ਦੇ ਗੁਣ ਗਾਉਂਦੀਆਂ ਤੇ ਨ੍ਰਿਤ ਨਾਚ ਕਰਦੀਆਂ ਨੇ, ਤਾਂ ਉਹਨੂੰ ਸਵਰਗਾਂ ਵਿੱਚ ਵਾਸਾ ਮਿਲਿਆ ਏ। ਨਹੀਂ ਤੇ ਗਾਉਣਾ, ਨੱਚਣਾ, ਵਜਾਉਣਾ ਕਿਹੜਾ ਚੰਗਾ ਕੰਮ ਹੈ? ਇਹ ਕਿਹੜਾ ਚੰਗਾ ਕੰਮ ਕਰਦੀਆਂ? ਪਰ ਹਰੀ ਦੇ ਪ੍ਰੇਮ ਵਿੱਚ ਭਿੱਜ ਕੇ ਅਪਛਰਾਂ ਨੱਚਦੀਆਂ ਤੇ ਹਰੀ ਦੇ ਪ੍ਰੇਮ ਵਿੱਚ ਭਿੱਜ ਕੇ ਵਿਦਿਆਧਰ ਭੱਟ ਗੰਧਰਵ ਹਰੀ ਦੇ ਗੁਣਗਾਨ ਗਾਉਂਦੇ। ਇਸ ਵਾਸਤੇ ਉਹਨਾਂ ਨੂੰ ਸਵਰਗਾਂ ਵਿੱਚ ਵਾਸਾ ਮਿਲਿਆ। ਆਪ ਆਪਨ ਗੁਣ ਸਰਾਹਤ। ਆਪੋ ਆਪਣੀ ਜੁਗਤੀ ਦੇ ਨਾਲ ਭਗਵਾਨ ਦੇ ਗੁਣ ਸਲਾਉਂਦੇ ਨੇ, ਜਿੰਨੇ ਵੀ ਗੰਧਰਵ ਵਿਦਿਆਧਰ ਜਸ਼ ਭੱਟ ਆਦਿਕ ਨੇ। ਕਈ ਗਾਨ ਨ੍ਰਿਤ ਕਈ ਵੀਰ ਭਾਵ। ਹਾਂ, ਕਈ ਗਾਉਂਦੇ ਨੇ, ਨ੍ਰਿਤ ਨਾਚ ਕਰਦੇ ਨੇ, ਤੇ ਕਈ ਵੀਰ ਭਾਵ ਸੂਰਵੀਰਤਾ ਦੇ ਨਾਲ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਚੇਤੇ ਕਰਦੇ ਨੇ। ਵੀਰ ਭਾਵ ਸੂਰਮਤਾਈ ਦੇ ਭਾਵ ਦੇ ਨਾਲ ਵਾਹਿਗੁਰੂ ਨੂੰ ਚੇਤੇ ਕਰਦੇ ਨੇ, ਸਵਰਗਾਂ ਵਿੱਚ ਵਾਸੇ ਨੂੰ ਪ੍ਰਾਪਤ ਹੋਏ ਨੇ। ਆਪ ਆਪਨ ਗੁਣ ਸਰਾਹਤ, ਇੱਥੇ ਆਪਨ ਪਾਠ ਕਰਨਾ ਹੈ ਜੀ। ਪ੍ਰਭੂ ਤਾ ਕਹਿ ਨਿਜ ਧਾਮ ਦੇਵਤ। ਹਾਂ, ਪ੍ਰਭੂ ਜੀ ਤਿਨਾਂ ਦੇ ਤਾਈ ਆਪਣਾ ਘਰ ਦਿੰਦੇ ਨੇ, ਜਿਹੜੇ ਪ੍ਰਭੂ ਵਾਸਤੇ ਗਾਉਂਦੇ ਨੇ, ਆਪੋ ਆਪਣੇ ਰੰਗ ਢੰਗ ਦੇ ਨਾਲ ਪ੍ਰਭੂ ਦੀ ਉਸਤਤ ਕਰਦੇ ਨੇ। ਪ੍ਰਭੂ ਵਾਸਤੇ ਸੂਰਮ ਗਤੀ ਵਾਲਾ ਭਾਵ ਕਰਕੇ ਦਿਖਾਉਂਦੇ ਨੇ, ਸੂਰਮਤਾਈ ਭਾਵ ਦੇ ਨਾਲ ਪ੍ਰਭੂ ਦੀ ਸ਼ੋਭਾ ਕਰਦੇ ਨੇ। ਉਹਨਾਂ ਨੂੰ ਪ੍ਰਭੂ ਜੀ ਫਿਰ ਆਪਣਾ ਘਰ ਦਿੰਦੇ ਨੇ, ਜਿਹੜੇ ਪ੍ਰਭੂ ਵਾਸਤੇ ਜੰਗ ਦੇ ਮੈਦਾਨ ਵਿੱਚ ਲੜਦੇ ਨੇ। ਜਾਂ ਇਹ ਸਮਝ ਲੈਣਾ ਵੀ ਕਈ ਪ੍ਰਭੂ ਦੇ ਨੱਚ ਕੇ ਗੁਣ ਗਾਉਂਦੇ ਨੇ, ਕਈ ਸੂਰਮਤਾਈ ਵਾਲਾ ਭਾਵ ਗਤਕੇ ਦੇ ਪੈਂਤੜੇ ਕੱਢ ਕੇ ਪ੍ਰਭੂ ਦੇ ਗੁਣ ਗਾਉਂਦੇ ਨੇ, ਤੇ ਪ੍ਰਭੂ ਨੇ ਉਹਨਾਂ ਨੂੰ ਆਪਣਾ ਘਰ ਦੇ ਦੇਣਾ ਕੀਤਾ। ਕਰਤ ਬਿਸਨ ਮੈਂ ਦੇਵ ਦੇਤ ਥਾਵ। ਹਾਂ, ਇਹਨਾਂ ਵਿਦਿਆਧਰ ਗੰਧਰਵਾਂ ਨੂੰ ਵੀ ਬਿਸਨ ਮੈਂ ਨਿਰਮਲ ਸਰੂਪ ਦੇ ਦਿੱਤਾ, ਆਪਣੇ ਚਰਨਾਂ ਵਿੱਚ ਥਾਪ ਦੇ ਦਿੱਤੀ। ਬਿਸ ਨਾ ਜਿਹਦੇ ਵਿੱਚ ਵਿਸ਼ਿਆਂ ਦੀ ਜ਼ਹਿਰ ਨਾ ਹੋਵੇ, ਐਸਾ ਨਿਰਮਲ ਮੈ ਸਰੂਪ ਇਹਨਾਂ ਦੇ ਤਾਈਂ ਦੇ ਦਿੱਤਾ, ਤੇ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਥਾਂ ਬਖਸ਼ ਦਿੱਤੀ ਸੁਰਗਾਂ ਵਿੱਚ। ਇਹਨਾਂ ਦੀਆਂ ਵੀ ਅੱਡ ਅੱਡ ਪੁਰੀਆਂ ਬਣਾ ਦਿੱਤੀਆਂ ਸਵਰਗਾਂ ਵਿੱਚ। ਜਿਦ ਹਰ ਹਿਤ ਪ੍ਰਾਨ ਦੀਨਿਓ। ਫਿਰ ਸੱਚੇ ਪਾਤਸ਼ਾਹ ਕਹਿੰਦੇ, ਦੇਖੋ ਗਿਲਜ ਨੇ ਰਾਮਚੰਦਰ ਜੀ ਦੇ ਵਾਸਤੇ ਪ੍ਰਾਣ ਦਿੱਤੇ, ਤ੍ਰੇਤੇ ਦੇ ਅਵਤਾਰ ਵਾਸਤੇ। ਸਮਰ ਰਾਵਣ ਮੀਚ ਭਾਉ। ਹਾਂ, ਰਾਵਣ ਦੇ ਨਾਲ ਸਮਰ ਜੰਗ ਹੋਇਆ ਤੇ ਮੌਤ ਹੋ ਗਈ। ਜਦੋਂ ਗੁਰੂ ਖਾਲਸਾ ਜੀ ਰਾਵਣ ਭਿਖਾਰੀ ਦਾ ਰੂਪ ਬਣ ਕੇ ਆਇਆ ਤੇ ਸੀਤਾ ਜੀ ਨੂੰ ਚੁੱਕ ਕਰਕੇ ਲੈ ਜਾਣ ਲੱਗਾ, ਤੇ ਉਸ ਵਕਤ ਗਿੱਧ ਨੇ ਰਾਵਣ ਦੇ ਨਾਲ ਜੂਝਣਾ ਕੀਤਾ ਸੀ।
ਤੇ ਰਾਵਣ ਨੇ ਗੁਰੂ ਖਾਲਸਾ ਜੀ ਜਟਾਜੂ ਦੇ ਖੰਭ ਕੱਟ ਦਿੱਤੇ ਤੇ ਇਹ ਗੁਰੂ ਖਾਲਸਾ ਜੀ ਜ਼ਖਮੀ ਹੋ ਕਰਕੇ ਡਿੱਗ ਪਿਆ। ਰਾਮ ਜੀ ਜਦੋਂ ਆਏ ਜੰਗਲਾਂ ਵਿੱਚ ਬਰਲਾਪ ਕਰਦੇ ਫਿਰਦੇ ਨੇ, ਸੀਤਾ ਸੀਤਾ। ਉਸ ਵਕਤ ਜਟਾਜੂ ਨੇ ਦੱਸਿਆ ਸੀ ਵੀ ਰਾਵਣ ਚੁੱਕ ਕੇ ਲੈ ਗਿਆ ਇਹ ਸੀਤਾ ਜੀ ਦੇ ਤਾਈ ਤੇ ਮੇਰਾ ਆਹ ਹਾਲ ਕਰ ਗਿਆ ਏ। ਸੱਚੇ ਪਾਤਸ਼ਾਹ ਜੀ ਉਹ ਲਿਖਦੇ ਪਏ ਨੇ, ਕਹਿੰਦੇ ਨੇ ਦੇਖੋ ਸਮਰ ਰਾਵਣ ਦੇ ਨਾਲ ਜੰਗ ਕਰਦਿਆਂ ਮੌਤ ਹੋ ਗਈ, ਇਹਦੇ ਖੰਭ ਟੁੱਟ ਗਏ ਸਨ। ਪੱਖ ਕਰ ਧਰਮ ਜੁਧ ਜੂਝਿਓ। ਇਹਨੇ ਪੱਖ ਕੀਤਾ ਸ਼੍ਰੀ ਰਾਮ ਜੀ ਦਾ, ਰਾਵਣ ਦਾ ਪੱਖ ਨਹੀਂ ਕੀਤਾ ਤੇ ਧਰਮ ਯੁੱਧ ਦੇ ਵਿੱਚ ਜੂਝ ਗਿਆ। ਕਿਉਂਕਿ ਦਾਸਾਂ ਦਾ ਇਹੋ ਹੀ ਧਰਮ ਯੁੱਧ ਹੁੰਦਾ ਏ ਕਿ ਜਿਵੇਂ ਉਹਨਾਂ ਦੇ ਮਾਲਕ, ਉਹਨਾਂ ਦੇ ਇਸ਼ਟ, ਉਹਨਾਂ ਦੇ ਗੁਰੂ ਵਾਸਤੇ ਕੋਈ ਬੁਰਾ ਬੋਲੇ ਤੇ ਯੁੱਧ ਕਰਕੇ ਜੂਝ ਜਾਣਾ। ਪੱਖ ਬਿਨ ਭਇਓ ਜੂਝ ਗਾ। ਪੱਖ ਖੰਭਾਂ ਤੋਂ ਬਿਨਾ ਹੋ ਗਿਆ ਤੇ ਜੂਝ ਗਿਆ। ਬਿਨ ਨੰਨੇ ਨੂੰ ਔਂਕੜ ਹੈ, ਖੰਭਾਂ ਤੋਂ ਬਿਨਾ ਹੋ ਗਿਆ ਤੇ ਯੁੱਧ ਦੇ ਮੈਦਾਨ ਵਿੱਚ ਜੂਝ ਮੈਨੇ ਸ਼ਹੀਦ ਗਉ ਮੈਨੇ ਹੋ ਗਿਆ, ਸ਼ਹੀਦ ਹੋ ਗਿਆ। ਨਹਿ ਭਜਿਓ ਪੱਖ ਪ੍ਰਾਨ ਰਾਖਿਓ। ਹਾਂ, ਕਹਿੰਦੇ ਰਾਮ ਜੀ ਦੇ ਪੱਖ ਤੋਂ ਭੱਜਿਆ ਨਹੀਂ। ਰਾਮ ਜੀ ਨੂੰ ਬਿਪਤਾ ਪੈ ਗਈ। ਸੁਖ ਦੇ ਦਿਨਾਂ ਵਿੱਚ ਤੇ ਗੁਰੂ ਖਾਲਸਾ ਜੀ ਬਹੁਤ ਸਾਰੇ ਆ ਕਰਕੇ ਨਾਲ ਰਲ ਜਾਂਦੇ ਨੇ, ਪਰ ਜਦੋਂ ਦੁੱਖ ਦੀ ਘੜੀ ਆਉਂਦੀ ਹੈ ਨਾ, ਜਿਹੜਾ ਦੁੱਖ ਦੀ ਘੜੀ ਵਿੱਚ ਨਾਲ ਰਵੇ ਅਸਲੀ ਉਹ ਸਿੱਖ ਦਾਸ ਮਿੱਤਰ ਹੁੰਦਾ ਏ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਸ ਵਕਤ ਸੱਚੇ ਪਾਤਸ਼ਾਹ ਜੀ ਦੀਨੇ ਕਾਂਗੜ ਤੋਂ ਹੁੰਦੇ ਹੋਏ ਤੇ ਇਧਰ ਲੱਖੀ ਜੰਗਲ ਮਾਲਵੇ ਦੇ ਵਿੱਚ ਜੰਗਲ ਦੇਸ਼ ਵਿੱਚ ਮਹਾਰਾਜ ਸਾਹਿਬ ਜੀ ਗਏ ਨੇ। ਪੰਥ ਪ੍ਰਕਾਸ਼ ਵਿੱਚ ਰਤਨ ਸਿੰਘ ਜੀ ਭੰਗੂ ਲਿਖਦੇ ਨੇ ਕਿ ਇੱਥੋਂ ਦੇ ਬਰਾੜ ਸੱਚੇ ਪਾਤਸ਼ਾਹ ਜੀ ਦੇ ਸੇਵਕ ਬਣ ਗਏ। ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਸਾਡੇ ਕੰਮ ਧੰਦੇ ਮਾੜੇ ਨੇ, ਤੁਹਾਡੀ ਅਸੀਂ ਰੱਖਿਆ ਕਰਾਂਗੇ, ਸਹਾਇਤਾ ਕਰਾਂਗੇ, ਪਰ ਅਸੀਂ ਵੈਸੇ ਨਹੀਂ ਕੰਮ ਕਰ ਸਕਦੇ, ਤੁਹਾਡੇ ਨਾਲ ਨਹੀਂ ਰਹਿ ਸਕਦੇ, ਸਾਨੂੰ ਤਨਖਾਹ ਚਾਹੀਦੀ ਹੈ। ਇੱਕ ਘੋੜ ਸਵਾਰ ਰੋਜ਼ ਦਾ 1 ਰੁਪਈਆ ਲੈਂਦਾ ਸੀ। ਸੱਚੇ ਪਾਤਸ਼ਾਹ ਜੀ ਦੇ ਨਾਲ ਰਹਿਣਾ, ਜਿੰਨੀ ਮਹਾਰਾਜ ਸਾਹਿਬ ਜੀ ਨੂੰ ਪੂਜਾ ਆਉਂਦੀ, ਕਿਉਂਕਿ ਜਿੱਥੇ ਜਿੱਥੇ ਪਤਾ ਲੱਗਦਾ ਵੀ ਸੱਚੇ ਪਾਤਸ਼ਾਹ ਜੀ ਦੀਨੇ ਕਾਂਗੜ ਨੇ, ਕੱਲੇ ਨੇ, ਪਰਿਵਾਰ ਦਾ ਵਿਛੋੜਾ ਪੈ ਗਿਆ ਏ, ਸਿੱਖ ਸੰਗਤਾਂ ਦਸਵੰਧ ਭੇਜਦੀਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਮੋਹਰਾਂ ਵੀ ਸਨ ਤੇ ਮਹਾਰਾਜ ਸਾਹਿਬ ਜੀ ਇਹਨਾਂ ਨੂੰ ਮੋਹਰਾਂ ਦਿੰਦੇ, ਕਿਉਂਕਿ ਸੱਚੇ ਪਾਤਸ਼ਾਹ ਜੀ ਦੇ ਖੀਸਿਆਂ ਜਿਹੜੇ ਸਨ ਉਹ ਮੋਹਰਾਂ ਦੇ ਨਾਲ ਹੀ ਭਰੇ ਰਹਿੰਦੇ ਸਨ ਤੇ ਮਹਾਰਾਜ ਸਾਹਿਬ ਜੀ 1-1 ਰੁਪਈਆ ਦੇ ਕਰਕੇ ਰੋਜ਼ ਦਾ ਇਹਨਾਂ ਨੂੰ ਨਾਲ ਰੱਖਦੇ। ਕਦੇ ਮਹਾਰਾਜ ਸਾਹਿਬ ਜੀ ਨੂੰ ਕਿਸੇ ਪਾਸੇ ਲੈ ਜਾਂਦੇ, ਮਹਾਰਾਜ ਇਧਰੋਂ ਤੁਰਕ ਆ ਗਏ, ਇਧਰ ਨੂੰ ਚਲੇ ਜਾਓ। ਕਦੇ ਮਹਾਰਾਜ ਸਾਹਿਬ ਜੀ ਨੂੰ ਕਿਸੇ ਪਾਸੇ ਲੈ ਜਾਂਦੇ ਬਰਾੜ। ਇਸ ਤਰੀਕੇ ਦੇ ਨਾਲ ਜਦੋਂ ਗੁਰੂ ਖਾਲਸਾ ਜੀ ਇਹਨਾਂ ਨੂੰ ਰੁਪਈਆ ਨਾ ਮਿਲਦਾ ਤੇ ਵਿਡਰ ਜਾਂਦੇ। ਇਹ ਲਾਲਚ ਵਸ ਹੋ ਕਰਕੇ ਬਰਾੜ ਸੇਵਾ ਕਰਦੇ, ਸੱਚੇ ਪਾਤਸ਼ਾਹ ਦੇ ਕੋਲੋਂ 1 ਰੁਪਈਆ ਲੈਂਦੇ, ਪਾਣੀ ਆਪ ਭਰ ਕੇ ਨਾਲ ਰੱਖ ਲੈਂਦੇ। ਇੱਕ ਵਾਰੀ ਕਲਗੀਧਰ ਪਾਤਸ਼ਾਹ ਨੇ ਪਾਣੀ ਮੰਗਿਆ ਵੀ ਤੇ ਲੱਗੀ ਹੈ, ਕਹਿੰਦੇ ਰੁਪਈਆ ਲੱਗੂਗਾ। ਸੱਚੇ ਪਾਤਸ਼ਾਹ ਤੋਂ ਵੀ ਰੁਪਈਆ ਲੈ ਕੇ ਤੇ ਮਹਾਰਾਜ ਸਾਹਿਬ ਜੀ ਨੂੰ ਪਾਣੀ ਦਿੱਤਾ ਸੀ ਇਹਨਾਂ ਬਰਾੜਾਂ ਨੇ ਤੇ ਮਹਾਰਾਜ ਸਾਹਿਬ ਜੀ ਦੇ ਨਾਲ ਇਹਨਾਂ ਨੇ ਪੱਖ ਨਹੀਂ ਨਿਭਾਇਆ। ਜਦੋਂ ਮਹਾਰਾਜ ਸਾਹਿਬ ਜੀ ਦਮਦਮੇ ਸਾਹਿਬ ਆਏ ਤੇ ਗੁਰੂ ਖਾਲਸਾ ਜੀ ਇੱਥੇ ਮਹਾਰਾਜ ਡੱਲੇ ਨੂੰ ਕਹਿਣ ਲੱਗੇ, ਚੱਲ ਡੱਲਿਆ ਤੈਨੂੰ ਦੱਖਣ ਦੀ ਸੈਰ ਕਰਾਈਏ। ਤੇ ਡੱਲੇ ਦਾ ਭਰਾ ਸੀ, ਉਹਦਾ ਨਾਮ ਸੀ ਮੱਲਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਔਰੰਗਜ਼ੇਬ ਮਰ ਗਿਆ ਏ ਤੇ ਡੱਲਿਆ ਚੱਲ ਤੈਨੂੰ ਦੱਖਣ ਦੀ ਸੈਰ ਕਰਾਈਏ ਤੇ ਅਰੰਗੇ ਵਾਲੇ ਤਖਤ ਦੇ ਉੱਪਰ ਤੈਨੂੰ ਬਿਠਾ ਦਈਏ, ਹਿੰਦੁਸਤਾਨ ਦਾ ਬਾਦਸ਼ਾਹ ਬਣਾ ਦਈਏ ਤੇ ਇੱਥੇ ਖੁਸ਼ ਬੜੇ ਐ। ਤੇ ਉਹ ਕਹਿਣ ਲੱਗਾ, ਮੱਲਾ ਕਹਿੰਦਾ ਜਿਹੋ ਜਿਹਾ ਰਾਜ ਆਪਣੇ ਪੁੱਤਾਂ ਨੂੰ ਦੇ ਦਿੱਤਾ ਏ ਉਹੋ ਜਿਹਾ ਰਾਜ ਤੈਨੂੰ ਦੇ ਦੇਵੇਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਦੋਂ ਹੌਲੀ ਜੀ ਨਾਲ ਨੇ ਇਹ ਬਚਨ ਕਿਹਾ ਤੇ ਗੁਰੂ ਘਰ ਦਾ ਪ੍ਰੋਹਤ ਕੋਲ ਖਲੋਤਾ ਸੀ।
ਕਿਉਂਕਿ ਸੱਚੇ ਪਾਤਸ਼ਾਹ ਜੀ ਵਿਦਵਾਨ ਨਾਂ ਰੱਖਦੇ ਹੁੰਦੇ ਸੀ। ਉਹ ਜਾ ਕੇ ਮਹਾਰਾਜ ਕਲਗੀਧਰ ਨੂੰ ਕਹਿਣ ਲੱਗਾ, ਸੱਚੇ ਪਾਤਸ਼ਾਹ ਜੱਟ ਦਾ ਮੂੰਹ ਕੁਹਾੜੇ ਜਿੱਡਾ ਹੁੰਦਾ ਏ, ਜਿੱਦਾਂ ਕੁਹਾੜੇ ਨਾ ਪਾੜਿਆ ਹੋਵੇ। ਇਹ ਗੱਲ ਕਰਨੋਂ ਨਹੀਂ ਸੰਗਦੇ, ਗੱਲ ਕਰਦੇ ਕਰਦੇ ਨਾ ਕਰਦੇ ਕਰਦੇ ਕਰ ਹੀ ਜਾਂਦੇ ਨੇ। ਸੱਚੇ ਪਾਤਸ਼ਾਹ ਕਹਿੰਦੇ, ਤੁਸੀਂ ਇਹਨਾਂ ਡੱਲੇ ਨੂੰ ਰਾਜ ਦੇ ਕੇ ਕੀ ਲੈਣਾ, ਕਿਉਂ ਇਹਨੂੰ ਛੇੜਦੇ ਹੋ, ਕਿਉਂ ਗੱਲਾਂ ਕਰਾਉਂਦੇ ਹੋ। ਸੱਚੇ ਪਾਤਸ਼ਾਹ ਕਹਿੰਦੇ, ਅਸਾਂ ਨੇ ਕੀ ਆਖਿਆ, ਅਸੀਂ ਇਹਨਾਂ ਕੋਲ ਗੱਲਾਂ ਕਿਉਂ ਕਰਾਉਣੀਆਂ। ਤੇ ਪ੍ਰੋਤ ਕਹਿਣ ਲੱਗਾ, ਸੱਚੇ ਪਾਤਸ਼ਾਹ ਗੱਲ ਕਰਾ ਤੇ ਲਈ ਜੇ ਫਿਰ। ਇਹ ਕਹਿੰਦੇ ਨੇ ਵੀ ਜਿਹੋ ਜਿਹਾ ਰਾਜ ਆਪਣੇ ਪੁੱਤਾਂ ਨੂੰ ਦਿੱਤਾ ਏ, ਉਹੋ ਜਿਹਾ ਰਾਜ ਡੱਲਿਆ ਤੈਨੂੰ ਤੇ ਤੇਰੇ ਪੁੱਤਾਂ ਨੂੰ ਦੇ ਦੇਵੇਗਾ। ਇਹ ਮੱਲਾ ਕਹਿੰਦਾ ਹੈ। ਸੱਚੇ ਪਾਤਸ਼ਾਹ ਜੀ ਨੇ ਫਿਰ ਬਚਨ ਕੀਤਾ, ਕਹਿਣ ਲੱਗੇ, ਜਿਹੜਾ ਰਾਜ ਮੇਰੇ ਪੁੱਤਰਾਂ ਨੂੰ ਮਿਲਿਆ ਇਹਨਾਂ ਦੇ ਪੁੱਤਰਾਂ ਨੂੰ ਵੀ ਮਿਲ ਜਾਏਗਾ। ਬਚਨ ਹੋਇਆ ਤੇ ਡੱਲੇ ਦਾ ਪੁੱਤ ਵੀ ਗੁਰੂ ਖਾਲਸਾ ਜੀ ਫਿਰ ਰੱਬ ਨੂੰ ਪਿਆਰਾ ਹੋ ਗਿਆ ਸੀ। ਸੱਚੇ ਪਾਤਸ਼ਾਹ ਜੀ ਚਲੇ ਗਏ, ਰਾਹ ਵਿੱਚੋਂ ਹੀ ਮੁੜ ਆਏ। ਫਿਰ ਗੁਰੂ ਖਾਲਸਾ ਜੀ ਜਿਹੜਾ ਕੌਲ ਸੋਢੀ ਸੀ, ਇਹਦਾ ਪੁੱਤਰ ਵੀ ਸੀ ਜਿਹੜਾ ਅੰਮ੍ਰਿਤ ਛਕ ਕੇ ਭੈ ਸਿੰਘ ਸਜਿਆ ਸੀ, ਉਹ ਸੱਚੇ ਪਾਤਸ਼ਾਹ ਦੇ ਨਾਲ ਤੁਰ ਪਿਆ। ਤੇ ਜਦੋਂ ਗੁਰੂ ਖਾਲਸਾ ਜੀ ਕੌਲ ਸੋਢੀ ਨੂੰ ਪਤਾ ਲੱਗਾ ਵੀ ਕਲਗੀਧਰ ਮੇਰਾ ਪੁੱਤ ਲੈ ਗਏ ਨੇ ਨਾਲ, ਤੇ ਉਹਨੇ ਸੋਚਿਆ ਵੀ ਕਲਗੀਧਰ ਨੇ ਆਪ ਤੇ ਮਰਨਾ ਏ ਤੇ ਮੇਰਾ ਪੁੱਤ ਵੀ ਮਰਵਾਵੇਗਾ। ਉਹਨੇ ਆਪਣੇ ਬੰਦੇ ਭੇਜੇ, ਕਿਉਂਕਿ ਚੌਧਰੀ ਸੀ। ਉਹ ਕਹਿਣ ਲੱਗਾ, ਜਿੱਥੇ ਮੇਰਾ ਪੁੱਤ ਹੈਗਾ ਸੁੱਤਾ ਏ, ਸੁੱਤੇ ਨੂੰ ਚੁੱਕ ਲਿਆਓ। ਸੁੱਤੇ ਦਾ ਮੰਜਾ ਚੁੱਕ ਲਿਆ ਏ। ਇਦਾਂ ਗੁਰੂ ਖਾਲਸਾ ਜੀ ਮਹਾਰਾਜ ਸਾਹਿਬ ਜੀ ਦੇ ਨਾਲ ਤੁਰਨ ਵਾਸਤੇ ਕੋਈ ਤਿਆਰ ਨਹੀਂ ਸੀ, ਪੱਖ ਛੱਡ ਦਿੱਤਾ ਸੀ ਵੱਡਿਆਂ ਵੱਡਿਆਂ ਨੇ ਵੀ। ਕਲਗੀਧਰ ਪਾਤਸ਼ਾਹ ਜੀ ਦਾ ਜਦੋਂ ਕਪੂਰੇ ਦੇ ਕੋਲ ਆਏ, ਉਸ ਵਕਤ ਕਪੂਰੇ ਨੂੰ ਮਹਾਰਾਜ ਕਹਿੰਦੇ, ਤੈਨੂੰ ਰਾਜ ਦਿੰਨੇ ਐ, ਤੇਰੇ ਕੋਲ ਰਹਿਣਾ ਏ, ਆਪਣੇ ਕੋਟ ਕਿਲੇ ਵਿੱਚ ਆਸਣ ਲਵਾ। ਕਹਿੰਦਾ, ਨਾ ਨਾ ਮਹਾਰਾਜ, ਅਸੀਂ ਤੇ ਤੁਰਕਾਂ ਨਾਲ ਸਹਿਮਤ ਹਾਂ। ਤੇ ਮਹਾਰਾਜ ਸਾਹਿਬ ਜੀ ਦੀ ਖਬਰ ਕਰਕੇ ਮੁਕਤਸਰ ਸਾਹਿਬ ਜਿਹੜਾ ਜੰਗ ਹੋਇਆ ਏ, ਇੱਕ ਪੂਰੇ ਨੇ ਖਬਰ ਕੀਤੀ ਸੀ ਵੀ ਸੱਚੇ ਪਾਤਸ਼ਾਹ ਇੱਧਰ ਨੇ ਤੇ ਫੜ ਲਓ। ਤੇ ਜਦੋਂ ਗੁਰੂ ਖਾਲਸਾ ਜੀ ਕਲਗੀਧਰ ਪਾਤਸ਼ਾਹ ਜੀ ਅੱਗੇ ਨਾਲ ਕੁਝ ਮਾਝੇ ਦੇ ਸਿੱਖ ਵੀ ਸਨ, ਤੇ ਜਿਹੜੇ ਗੁਰੂ ਖਾਲਸਾ ਜੀ ਬਰਾੜ ਸਨ, ਜਦੋਂ ਤੁਰਕਾਂ ਦੀਆਂ ਫੌਜਾਂ ਵੇਖੀਆਂ, ਸਾਹਿਬ ਜੀ ਦਾ ਸੰਗ ਛੱਡ ਕੇ ਭੱਜ ਗਏ ਸਨ। ਮਹਾਰਾਜ ਸਾਹਿਬ ਜੀ ਟਿੱਬੀ ਸਾਹਿਬ ਵਾਲੇ ਸਥਾਨ ਤੇ, ਉੱਚੇ ਸਥਾਨ ਤੇ ਚਲੇ ਗਏ। ਕੋਈ 2-4 ਸਿੱਖ, ਬਾਕੀ ਸਿੱਖ ਪਿਛਾਂ ਜਿੱਥੇ ਗੁਰੂ ਖਾਲਸਾ ਜੀ ਸਰੋਵਰ ਸਾਹਿਬ ਹੈ, ਉੱਥੇ ਜਾ ਕੇ ਉਹਨਾਂ ਨੇ ਕਛਹਿਰੇ ਪਾ ਤੇ ਬਸਤਰ ਪਾ ਤੇ ਇਦਾਂ ਜਾਪੇ ਜਿੱਦਾਂ ਫੌਜਾਂ ਬੜੀਆਂ ਨੇ। ਗੁਰੂ ਖਾਲਸਾ ਜੀ ਸਿੱਖਾਂ ਆਖਿਆ, ਮਹਾਰਾਜ ਫੌਜਾਂ ਚੜੀਆਂ ਆਉਂਦੀਆਂ ਨੇ। ਸਾਹਿਬ ਕਹਿੰਦੇ, ਕੋਈ ਨਹੀਂ, ਖਾਲੀ ਹੱਥ ਮੁੜਨਗੇ। 6ਵੇਂ ਪਾਤਸ਼ਾਹ ਦਾ ਸ਼ਬਦ ਪੜਿਆ, ਅੱਖੀ ਘੱਟਾ ਮੂੰਹ ਵਿੱਚ ਡੱਟਾ, ਬਿੜ ਤੱਕੇ, ਬੋਲ ਨਾ ਸਕੇ, ਪੈ ਨਾ ਸਕੇ, ਬੋਲਿਆ ਹਰਗੋਬਿੰਦ ਦਾ ਪੈਣ ਸ਼੍ਰੀ ਆ ਰਾਏ ਦੇ ਧੱਕੇ, ਸਦਕਾ ਬਾਬੇ ਨਾਨਕ ਦਾ। ਇਹ ਗੁਰੂ ਖਾਲਸਾ ਜੀ, ਇਹ ਕਵੀ ਰਤਨ ਸਿੰਘ ਜੀ ਭੰਗੂ ਨੇ ਆਪਣੇ ਪੰਥ ਪ੍ਰਕਾਸ਼ ਵਿੱਚ ਸਾਖੀ ਲਿਖੀ ਹੈ। ਇਹ ਗੁਰੂ ਖਾਲਸਾ ਜੀ ਕਪੂਰੇ ਚੌਧਰੀ ਨੇ ਫੌਜਾਂ ਮਗਰ ਪਾਈਆਂ ਸਨ। ਇਦਾਂ ਵੱਡੇ ਜਿਹੜੇ ਉਹ ਡੋਲ ਜਾਂਦੇ ਨੇ ਜਦੋਂ ਕੋਈ ਗੁਰੂ ਪੀਰ ਤੇ, ਜਦੋਂ ਕਿਸੇ ਮਾਲਕ ਦੇ ਉੱਪਰ ਔਖਾ ਸਮਾਂ ਆ ਜਾਂਦਾ ਹੈ। ਮਹਾਰਾਜ ਕਲਗੀਧਰ ਕਹਿੰਦੇ, ਵੇਖੋ ਰਾਮ ਜੀ ਅਵਤਾਰ ਸਨ, ਉਹਨਾਂ ਦਾ ਸੇਵਕ ਸੀ ਜਟਾਜੂ, ਕਿਉਂਕਿ ਉਹ ਮੌਕੇ ਦੇ ਅਵਤਾਰ ਸਨ। ਤੇ ਉਹਨਾਂ ਦੇ ਉੱਪਰ ਔਖਾ ਸਮਾਂ ਆਇਆ, ਰਾਵਣ ਉਹਨਾਂ ਦੀ ਘਰਵਾਲੀ ਲੈ ਗਿਆ ਚੁੱਕ ਕੇ, ਪਰ ਉਹ ਸ਼੍ਰੀ ਰਾਮ ਚੰਦਰ ਜੀ ਦੇ ਪੱਖ ਤੋਂ ਭੱਜਿਆ ਨਹੀਂ। ਦੇਖੋ, ਪੰਛੀ ਸੀ, ਨੀਚ ਕੁਲ ਦਾ ਸੀ, ਨੀਚ ਕਰਮ ਕਰਨ ਵਾਲਾ ਸੀ, ਪਰ ਉਹ ਸ਼੍ਰੀ ਰਾਮ ਚੰਦਰ ਜੀ ਦੇ ਪੱਖ ਤੋਂ ਭੱਜਿਆ ਨਹੀਂ। ਉਹਨੇ ਪੱਖ ਕੀਤਾ ਹੋਇਆ ਸੀ, ਉਹਨੇ ਪ੍ਰਣ ਕੀਤਾ ਹੋਇਆ ਸੀ ਕਿ ਮੈਂ ਰਾਮ ਚੰਦਰ ਜੀ ਦੇ ਵਾਸਤੇ ਆਪਣੇ ਪ੍ਰਾਣਾਂ ਦਾ ਬਲਿਦਾਨ ਦੇ ਦੇਵਾਂਗਾ, ਪਰ ਰਾਮ ਚੰਦਰ ਜੀ ਦੇ ਪ੍ਰਣ ਤੋਂ ਭੱਜਾਂਗਾ ਨਹੀਂ। ਉਹਨੇ ਆਪਣੇ ਪੱਖ ਨੂੰ, ਆਪਣੇ ਕੀਤੇ ਹੋਏ ਪ੍ਰਣ ਨੂੰ ਰਾਖਿਓ ਰੱਖਣਾ ਕੀਤਾ, ਰਾਮ ਜੀ ਦੇ ਪੱਖ ਤੋਂ ਭੱਜਣਾ ਨਹੀਂ ਕੀਤਾ। ਪੱਖ ਪ੍ਰਣ ਰਾਖਿਓ, ਪੱਪਾ ਦੇ ਪੈਰ ਵਿੱਚ ਰਾਰਾ ਤੇ ਨੰਨਾ। ਇਹ ਪਾਠ ਗੁਰੂ ਖਾਲਸਾ ਜੀ
ਪੁਰਾਣੀਆਂ ਬੀੜਾਂ ਵਿੱਚ ਦੇਖਿਆ ਏ, ਇਹ ਪੈਰ ਵਿੱਚ ਰਾਰਾ ਕਰ ਲੈਣਾ ਜੀ। ਉਦਰ ਗਾਓ ਪ੍ਰਭ ਕਰ ਪੁਨੀਤ। ਮਹਾਰਾਜ ਕਲਗੀਧਰ ਜੀ ਕਹਿੰਦੇ ਉਧਰ ਗਿਆ, ਉਹਦਾ ਭਲਾ ਹੋ ਗਿਆ ਤੇ ਉਹਨੂੰ ਰੱਬ ਨੇ ਰਾਮਚੰਦਰ ਜੀ ਨੇ ਉਹਨੂੰ ਪਵਿੱਤਰ ਕਰ ਦੇਣਾ ਕੀਤਾ। ਬਿਸਨ ਮੈਂ ਬਿਸਨ ਲੋਕ ਵਾਸਿਓ। ਉਹ ਨਿਰਮਲ ਹੋ ਗਿਆ ਤੇ ਨਿਰਮਲ ਲੋਕ ਵਿੱਚ ਜਾ ਕਰਕੇ ਵਸ ਗਿਆ। ਉਹਨੂੰ ਮਾਂ ਵਿਸ਼ਨੂੰ ਦੀ ਪੁਰੀ ਪ੍ਰਾਪਤ ਹੋ ਗਈ ਤੇ ਮਾਂ ਵਿਸ਼ਨੂੰ ਦੇ ਲੋਕ ਵਿੱਚ ਜਾ ਕੇ ਉਹ ਵਸ ਗਿਆ। ਵਿਦਤ ਸ਼ਾਸਤਰਨ ਰਿਖਨ ਕੀਤ। ਇਹ ਗੱਲ ਨੂੰ ਸ਼ਾਸਤਰਾਂ ਨੇ ਪੁਰਾਣਾ ਨੇ ਵਿਦਤ ਪ੍ਰਗਟ ਕੀਤਾ ਏ। ਰਿਖੀਆਂ ਨੇ ਪੁਰਾਣਾ ਸ਼ਾਸਤਰਾਂ ਦੇ ਵਿੱਚ ਗਾਜ ਪਰਿਓ ਸੰਕਟ ਮਾਹੇ ਜਬ ਹੀ। ਪਰ ਅੱਜ ਕਲਗੀਧਰ ਜੀ ਕਹਿੰਦੇ ਜਦੋਂ ਹਾਥੀ ਨੂੰ ਸੰਕਟ ਪਿਆ, ਹਾਥੀ ਨੂੰ ਜਦੋਂ ਦੁੱਖ ਦੀ ਘੜੀ ਆ ਕਰਕੇ ਹਾਥੀ ਦੇ ਉੱਪਰ ਬਣੀ, ਗ੍ਰਸਿਓ ਗ੍ਰਾਹ ਲੈ ਚਾਲਿਓ ਜਬ। ਹਾਂ, ਗ੍ਰਾਹ ਤੰਦੂਏ ਨੇ ਜਦੋਂ ਉਹਦੀ ਸੁੰਡ ਨੂੰ ਆਪਣੀਆਂ ਤਾਰਾਂ ਨਾਲ ਗਰਸ ਲਿਆ, ਫੜ ਲਿਆ ਤੇ ਤੰਦੂਆ ਗਾਂ ਨੂੰ ਤੁਰਿਆ ਜਾਂਦਾ ਏ ਦਰਿਆ ਵੱਲ ਨੂੰ, ਹਾਥੀ ਨੂੰ ਖਿੱਚੀ ਜਾਂਦਾ ਏ। ਹਾਥੀ ਨੂੰ ਉਹਨੇ ਦਰਿਆ ਵਿੱਚ ਲੈ ਜਾ ਕੇ ਡੋਬ ਕੇ ਮਾਰਨਾ ਸੀ। ਪੁਸ਼ਪ ਦਲ ਪੁੰਡਰੀਕ ਅਰਪਿਓ। ਉਸ ਵਕਤ ਦੇਖੋ ਹਾਥੀ ਮੋਟੀ ਮੱਤ ਦਾ ਮੰਨਿਆ ਗਿਆ ਹੈ, ਕਿਉਂਕਿ ਸਿਆਣਿਆਂ ਦਾ ਕਥਨ ਹੈ ਜਿੱਡਾ ਭਾਰਾ ਸਰੀਰ ਓਡੀ ਮੱਤ ਮੋਟੀ। ਗੁਰੂ ਖਾਲਸਾ ਜੀ ਫਿਰ ਉਹਦਾ ਕੰਮ ਕੀਤਾ ਦਿਮਾਗ, ਤੇ ਉਹ ਕੀ ਹੋਇਆ ਵੀ ਦਰਿਆ ਵਿੱਚ ਨਦੀ ਵਿੱਚ ਪੁਸ਼ਪ ਫੁੱਲ ਦਾ ਦਲ ਪੱਤਾ ਰੁੜਿਆ ਆਉਂਦਾ ਸੀ ਤੇ ਉਹਨੇ ਆਪਣੀ ਪੁੰਡਰੀਕ ਮੈਨੇ ਸੁੰਡ ਦੇ ਨਾਲ ਉਹ ਪੱਤੇ ਨੂੰ ਰੋਕ ਕੇ ਨਾ ਰੁੜੇ ਆਉਂਦੇ ਨੂੰ ਤੇ ਲਵੇਟਾ ਜਾ ਮਾਰ ਕੇ ਸੁੰਡ ਦੇ ਨਾਲ ਤੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਵਿੱਚ ਅਰਪਣ ਕੀਤਾ। ਸੱਚੇ ਪਾਤਸ਼ਾਹ, ਆ ਫੁੱਲ ਮੈਂ ਤੈਨੂੰ ਭੇਟਾ ਕਰਦਾ ਹਾਂ, ਕਿਰਪਾ ਕਰ ਮੇਰੇ ਦੁੱਖ ਨੂੰ ਨਿਵਾਰ। ਇਹ ਅਰਦਾਸ ਕਰਨ ਦਾ ਢੰਗ ਹੈ। ਗੁਰੂ ਘਰ ਜਾਈਏ ਤੇ ਖਾਲੀ ਹੱਥ ਕਦੇ ਨਾ ਜਾਈਏ, ਭਾਵੇਂ ਫੁੱਲ ਲੈ ਲਓ। ਪੁਰਾਣੇ ਸਿੰਘ ਦੰਤ ਧਾਮਣੀ ਲੈ ਲੈਂਦੇ ਹੁੰਦੇ ਸੀ। ਦੰਤ ਧਾਮਣੀ ਦਾਤਨ ਨੂੰ ਕਹਿੰਦੇ। ਜਦੋਂ ਗੁਰੂ ਕੋ ਜਾਣਾ ਤੇ ਦਾਤਨ ਲੈ ਕੇ ਤੁਰ ਪੈਣਾ। ਦਾਤਨ ਨਹੀਂ, ਕੋਈ 1 ਰੁਪਈਆ ਲੈ ਲਓ, ਕੋਈ 5 ਰੁਪਈਏ, ਕੋਈ 10, ਆਪਣੀ ਪਹੁੰਚ ਦੇ ਨਾਲ ਮੱਥਾ ਗੁਰੂ ਚਰਨਾਂ ਤੇ ਜ਼ਰੂਰ ਅਰਪਣਾ ਚਾਹੀਦਾ ਏ। ਕੁਝ ਨਾ ਕੁਝ ਲੈ ਕਰਕੇ ਜ਼ਰੂਰ ਭੇਟਾ ਕਰਨਾ ਚਾਹੀਦਾ ਏ। ਹਾਥੀ ਨੇ ਫੁੱਲ ਦਾ ਪੱਤਾ ਆਪਣੀ ਸੁੰਡ ਦੇ ਨਾਲ ਅਰਪਣਾ ਕੀਤਾ। ਪੁਕਾਰ ਕੀਨੀ ਚਿਤਿਓ ਨਭ। ਤੇ ਦੁੱਖ ਦੇ ਨਾਲ ਪੁਕਾਰ ਕੀਤੀ, ਹਾਥੀ ਰੋਇਆ, ਅੱਖਾਂ ਦੇ ਨਾਲ ਉਹਨੇ ਆਕਾਸ਼ ਵੱਲ ਨੂੰ ਚਿਤਿਓ ਵੇਖਿਆ। ਸੱਚੇ ਪਾਤਸ਼ਾਹ ਮੇਰੀ ਰੱਖਿਆ ਕਰ, ਮੇਰੇ ਤੇ ਦਇਆ ਕਰ। ਭਜਿਓ ਸ਼੍ਰੀ ਧਰ ਅੰਤ ਅਵਸਰ। ਹਾਂ, ਤੇ ਫਿਰ ਜਦੋਂ ਮਰਨ ਦਾ ਅੰਤ ਦਾ ਅਵਸਰ ਮੌਕਾ ਆਇਆ ਤੇ ਸ੍ਰੀ ਧਰ ਮਾਇਆ ਨੂੰ ਧਾਰਨ ਵਾਲੇ ਭਗਵਾਨ ਦੇ ਤਾਈ ਹਾਥੀ ਨੇ ਭਜਿਓ ਚੇਤੇ ਕਰਨਾ ਕੀਤਾ। ਜਗਦੀਸ਼ ਟੇਰਿਓ ਫੰਦ ਮੈਂ। ਜਗਦੀਸ਼ ਭਗਵਾਨ ਨੇ, ਅਕਾਲ ਪੁਰਖ ਨੇ, ਜਗਤ ਦੇ ਮਾਲਕ ਨੇ ਜਦੋਂ ਵੇਖਿਆ ਵੀ ਹਾਥੀ ਨੂੰ ਫੰਦ ਬੰਧਨ ਪਿਆ ਏ, ਬੰਧਨ ਦੇ ਵਿੱਚ ਬੜਾ ਦੁਖੀ ਹੈ, ਤੰਦੂਏ ਨੇ ਉਹਨੂੰ ਬੰਧਨ ਫਾਹਾ ਪਾਇਆ ਹੋਇਆ ਏ। ਪਗ ਨਾਂਗ ਸ਼੍ਰੀ ਧਰ ਸ਼ੀਘਰ ਆਏ। ਫਿਰ ਕਹਿੰਦੇ ਰੱਬ ਨੰਗੇ ਪੈਰੀਂ ਭੱਜਾ। ਪਗ ਨਾਂਗ ਨੰਗੇ ਪੈਰੀਂ ਸ੍ਰੀ ਧਰ ਸ਼ੀਘਰ ਆਏ। ਮਾਇਆ ਦੇ ਪਤੀ ਦੌੜ ਕਰਕੇ ਆਏ ਨੇ। ਗਜ ਕਰੀ ਰਸ਼ਿਆ ਬੰਦ ਮੈਂ। ਬੰਧਨ ਦੇ ਵਿੱਚ ਪਏ ਹੋਏ ਹਾਥੀ ਦੀ ਰੱਖਿਆ ਮੈਨੇ ਰੱਖਿਆ ਕੀਤੀ। ਰੱਖਿਆ ਰਾਰੇ ਤੇ ਅਧਿਕ ਹੈ, ਰੱਖਿਆ ਕੀਤੀ। ਬੰਧਨ ਵਿੱਚ ਪਏ ਹੋਏ ਗਜ ਹਾਥੀ ਦੀ। ਗਜ ਪੋਲਾ ਬੋਲਣਾ ਏ ਜੀ। ਪਤਿਤ ਪਾਵਨ ਬਿਰਦ ਕਹੀਅਤ। ਬਿਰਦ ਧੱਦੇ ਨਾ ਨਹੀਂ, ਦੱਦੇ ਨਾ। ਬਿਰਦ ਮੈਨੇ ਸੁਭਾਵ। ਸ਼ਹੀਦੀ ਬਾਗ ਵਾਲੀ ਬੀੜ ਮਾਤਾ ਜੀ ਤੇ ਗਿਆਨੀ ਚੰਦਾ ਸਿੰਘ ਜੀ ਦੀ ਲਿਖਤੀ ਬੀੜ ਵਿੱਚ ਦੱਦੇ ਨਾ ਪਾਠ ਹੈ। ਬਿਰਦ ਮੈਨੇ ਬਜ਼ੁਰਗ ਹੁੰਦਾ ਏ, ਬਿਰਦ ਮੈਨੇ ਸੁਭਾਵ ਹੁੰਦਾ ਏ। ਇਹ ਦੱਦੇ ਨਾਲ ਹੈ। ਕਹਿੰਦੇ ਆ ਪਾਪੀਆਂ ਨੂੰ ਪਵਿੱਤਰ ਕਰਨਾ ਇਹ ਸੁਭਾਵ ਕਹੀਦਾ ਏ ਅਕਾਲ ਪੁਰਖ ਪਰਮੇਸ਼ਰ ਦਾ। ਪਰਪਾਨ ਜਨ ਆਰਤ ਹਰਨ। ਹਾਂ, ਕਹਿੰਦੇ ਵੀ ਇਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜੀ ਪਾਪੀਆਂ ਨੂੰ ਪਵਿੱਤਰ ਕਰਨਾ ਇਹ ਤੁਹਾਡਾ ਸੁਭਾਵ ਕਹੀਦਾ ਹੈ। ਕਲਗੀਧਰ ਜੀ ਕਹਿੰਦੇ ਨੇ, ਕਹਿੰਦੇ ਤੁਸੀਂ ਜਨਾਂ ਦੇ ਦੁੱਖ ਹਰਨ ਵਿੱਚ ਪ੍ਰਪੰਨ ਮੈਨੇ ਪੂਰੇ ਹੋ।
ਆਰਤ ਹਰਨ ਜਨ ਪ੍ਰਪੰਨ। ਆਰਤ ਦੁੱਖਾਂ ਨੂੰ ਹਰਨ ਕਹੀਏ ਹਰਨੇ ਵਿੱਚ, ਜਨ ਜਨਾਂ ਦੇ ਦੁੱਖਾਂ ਨੂੰ ਹਰਨੇ ਵਿੱਚ ਤੁਸੀਂ ਪ੍ਰਪੰਨ ਪੂਰੇ ਹੋ। ਤੁਸੀਂ ਜਦੋਂ ਕਿਸੇ ਦੇ ਬਿਪਤਾ ਪੈਂਦੀ ਪਛਾਣ ਨੂੰ ਪੈਰ ਨਹੀਂ ਜੇ ਪੁੱਟਦੇ, ਅੱਗੇ ਹੋ ਕਰਕੇ ਸੇਵਕਾਂ ਦਾ ਦੁੱਖ ਆਪਣੇ ਪਿੰਡੇ ਤੇ ਹੰਡਾਉਣ ਵਾਲੇ ਹੋ। ਦਾਸ ਦੁਖਿਤ ਨਿਜ ਦੁਖ ਪਰਮਾਨਤ। ਹਾਂ, ਜਦੋਂ ਕੋਈ ਤੁਹਾਡੇ ਦਾਸਾਂ ਨੂੰ ਦੁਖੀ ਕਰਦਾ ਹੈ ਨਾ, ਜਦੋਂ ਤੁਹਾਡੇ ਦਾਸ ਦੁਖਤ ਦੁੱਖ ਦੇ ਸਹਿਤ ਹੁੰਦੇ ਨੇ, ਦੁਖਦੇ ਨੇ, ਤੇ ਉਸ ਵਕਤ ਉਹਨਾਂ ਦੇ ਦੁੱਖ ਨੂੰ ਤੁਸੀਂ ਉਹਨਾਂ ਦੇ ਦੁੱਖ ਨੂੰ ਆਪਣਾ ਦੁੱਖ ਪ੍ਰਮਾਣਿਤ ਪਰ ਵਿਸ਼ੇਸ਼ ਕਰਕੇ ਮਾਨਿਤ ਮੰਨਦੇ ਹੋ। ਦਾਸ ਸੁਖ ਸੁਖ ਆਚਰਨ। ਹਾਂ, ਜਿਹੜਾ ਤੁਹਾਡੇ ਦਾਸਾਂ ਨੂੰ ਸੁਖ ਆਵੇ ਤੇ ਤੁਸੀਂ ਉਹ ਸੁਖ ਦਾ ਆਚਰਨ ਕਰਤੱਵ ਆਪਣਾ ਮੰਨਦੇ ਹੋ। ਜੇ ਤੁਹਾਡੇ ਦਾਸਾਂ ਦੇ ਨਾਲ ਸੁਖ ਹੈ ਤੇ ਤੁਸੀਂ ਮੰਨਦੇ ਹੋ ਵੀ ਕਿਸੇ ਨੇ ਕਰਤੱਵ ਕੰਮ ਕਰਕੇ ਮੈਨੂੰ ਸੁਖ ਦਿੱਤਾ ਹੈ। ਆਚਰਨ ਮੈਨੇ ਕਰਤੱਵ ਕੰਮ। ਜੇ ਕੋਈ ਚੰਗਾ ਕੰਮ ਕਰਕੇ ਤੁਹਾਡੇ ਦਾਸਾਂ ਨੂੰ ਸੁਖ ਦਿੰਦੇ ਹੋ, ਦੇਵੇ, ਤੇ ਉਹ ਸੁਖ ਤੁਸੀਂ ਆਪਣਾ ਮੰਨਦੇ ਹੋ। ਲੈ ਚੱਕਰ ਕਾਟਿਓ ਫੰਦ ਗਜਪਤ। ਛੇਤੀ ਨਾਲ ਆ ਕੇ ਤੁਸੀਂ ਚੱਕਰ ਲੈ ਕੇ ਤੇ ਹਾਥੀ ਦਾ ਜਿਹੜਾ ਫੰਦ ਸੀ ਉਹ ਕੱਟ ਦੇਣਾ ਕੀਤਾ। ਉਬਾਰ ਲੀਨਿਓ ਸਰਨ ਜੋਗ। ਸ਼ਰਨ ਦੇਣ ਦੇ ਯੋਗ ਆਪ ਜੀ ਨੇ ਰੱਖ ਲੈਣਾ ਕੀਤਾ। ਪ੍ਰਾਨ ਕਾਰਕ ਪ੍ਰਾਨ ਪਾਲਕ। ਹਾਂ, ਜੇ ਤੁਸੀਂ ਪ੍ਰਾਨ ਕਰਨ ਵਾਲੇ ਹੋ ਤੇ ਫਿਰ ਤੁਸੀਂ ਪ੍ਰਾਨ ਨੂੰ ਪਾਲਕ ਪਾਲਣ ਵਾਲੇ ਵੀ ਹੋ। ਪ੍ਰਾਨ ਕੀਤਾ ਵੀ ਹੈ ਕਿ ਸ਼ਰਨਾਰਥੀਆਂ ਦੀ ਮੈਂ ਰੱਖਿਆ ਕਰਨੀ ਹੈ, ਤੇ ਉਹ ਤੁਸਾਂ ਨੇ ਸ਼ਰਨਾਰਥੀਆਂ ਦੀ ਰੱਖਿਆ ਕਰਕੇ ਵੀ ਦਿਖਾਈ ਹੈ। ਸ਼ਰਨ ਦਾਤਾ ਹੀਤ ਲੋਗ। ਹਾਂ, ਸ਼ਰਨ ਵਿੱਚ ਆਇਆਂ ਦੇ ਤੁਸੀਂ ਦਾਤੇ ਹੋ, ਇਸ ਲਈ ਤੁਹਾਨੂੰ ਸ਼ਰਨ ਦਾਤਾ ਕਹਿੰਦੇ। ਹੀਤ ਲੋਗ, ਤੁਸੀਂ ਆਪਣੇ ਲੋਕਾਂ ਦੇ ਨਾਲ, ਆਪਣੀ ਪ੍ਰਜਾ ਦੇ ਨਾਲ ਹੀਤ ਪਿਆਰ ਕਰਨ ਵਾਲੇ ਹੋ। ਜੇ ਭਜਤ ਪ੍ਰਭ ਕਹੈ ਪ੍ਰਭ ਭਜਤ ਵਾਕ ਹੈ। ਮਹਾਰਾਜ ਕਲਗੀਧਰ ਜੀ ਕਹਿੰਦੇ ਜਿਹੜੇ ਰੱਬ ਨੂੰ ਚੇਤੇ ਕਰਦੇ ਆ ਨਾ, ਰੱਬ ਉਹਨਾਂ ਦੇ ਤਾਂ ਹੀ ਚੇਤੇ ਕਰਦਾ ਹੈ। ਵਾਕ ਹੈ ਉਹਨਾਂ ਨੂੰ ਰੱਬ ਚੇਤੇ ਕਰਦਾ ਏ। ਪਰਸ ਪਰ ਯਹ ਬਿਦਤ ਹੈ। ਇਹ ਪਰਸ ਪਰ ਗੱਲ ਪ੍ਰਗਟ ਹੈ। ਰੱਬ ਦੇ ਪਿਆਰੇ, ਰੱਬ ਦੇ ਮਗਰ ਮਗਰ, ਤੇ ਰੱਬ ਆਪਣੇ ਭਗਤਾਂ ਦੇ ਪਿੱਛੇ ਪਿੱਛੇ ਤੁਰਿਆ ਫਿਰਦਾ ਏ। ਕਾਲ ਬ੍ਰਿਥਾ ਨਾ ਹੋਤ ਕਾਹੂ। ਹਾਂ, ਕਾਲ ਮੈਨੇ ਕਮਾਈ, ਉਹ ਥੋੜੀ ਬਹੁਤੀ ਵੀ ਕਮਾਈ ਕਰ ਲਵੇ ਨਾ ਨਾਮ ਸਿਮਰਨ ਦੀ, ਉਹ ਕਾਹੂ ਕਿਸੇ ਦੀ ਵੀ ਕੀਤੀ ਹੋਈ ਕਮਾਈ ਵਿਅਰਥ ਨਹੀਂ ਜੇ ਜਾਂਦੀ। ਹਾਥੀ ਨੇ ਥੋੜੀ ਜੀ ਕਮਾਈ ਕੀਤੀ, ਇੱਕ ਚਿੱਤ ਇੱਕ ਛਿਣ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਜਪਿਆ। ਇੱਕ ਚਿੱਤ ਜੇ ਇੱਕ ਛਿਣ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਉਹਨੇ ਇੱਕ ਛਿਣ ਜਪਿਆ, ਇੱਕ ਫੁੱਲ ਲੈ ਕੇ ਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ, ਤੇ ਵਾਹਿਗੁਰੂ ਨੇ ਉਹਦਾ ਬੰਧਨ ਤੋੜ ਦਿੱਤਾ। ਸ਼ਰਧਾ ਭਾਵਨਾ ਨਾਲ ਕੀਤੀ ਹੋਈ ਕਮਾਈ ਇੱਕ ਛਿਣ ਦੀ ਵੀ ਕਿਸੇ ਦੀ ਵਿਅਰਥ ਨਹੀਂ ਜੇ ਹੁੰਦੀ। ਪ੍ਰਭ ਨੀਤ ਪੂਰਬ ਕਰਤ ਹੈ। ਨੀਤ ਮੈਨੇ ਨਿਜਮ, ਇਹ ਪ੍ਰਭੂ ਨੇ ਨਿਜਮ ਪੂਰਬ ਕਰਤ ਹੈ। ਸੰਸਾਰ ਸਾਜਣ ਤੋਂ ਪਹਿਲੇ ਦਾ ਕੀਤਾ ਹੈ, ਸੰਸਾਰ ਮਗਰੋਂ ਸਾਜਿਆ ਏ। ਇਹ ਨਿਜਮ ਪਹਿਲਾਂ ਕੀਤਾ ਏ ਕਿ ਜਿਹੜਾ ਮੇਰੇ ਨਾਮ ਦੀ ਕਮਾਈ ਕਰੇਗਾ, ਮੈਂ ਉਹਦੀ ਕੀਤੀ ਕਮਾਈ ਨੂੰ ਵਿਅਰਥ ਨਹੀਂ ਜਾਣ ਦੇਣਾ, ਭਾਵੇਂ ਕਮਾਈ ਥੋੜੀ ਹੋਵੇ ਤੇ ਭਾਵੇਂ ਬਹੁਤੀ ਹੋਵੇ। ਕਮਾਈ ਦੇ ਬਲ ਕਰਕੇ ਕਿਸੇ ਨੂੰ ਰਾਜ ਮਿਲ ਜਾਵੇ, ਜੇ ਉਹ ਪਾਪ ਕਰਨ ਲੱਗ ਪਵੇ, ਜਿੰਨੀ ਕਮਾਈ ਦੇ ਨਾਲ ਜਿੰਨਾ ਚਿਰ ਰਾਜ ਭੋਗਣਾ ਏ, ਪ੍ਰਭੂ ਉਹਦੇ ਤੋਂ ਰਾਜ ਭਾਗ ਨਹੀਂ ਖੋਹਦਾ। ਔਰੰਗਜ਼ੇਬ ਨੇ ਗੁਰੂ ਖਾਲਸਾ ਜੀ ਕਲਗੀਧਰ ਜੀ ਦੇ ਨਾਲ ਹੀ ਹੇਮਕੁੰਟ ਸਾਹਿਬ ਵਿੱਚ ਪਹਿਲੇ ਜਾਮੇ ਵਿੱਚ ਭਗਤੀ ਕੀਤੀ ਸੀ। ਭਗਤੀ ਦੇ ਪ੍ਰਤਾਪ ਦੇ ਨਾਲ ਉਹਨੂੰ ਦੇਖੋ ਹਿੰਦੁਸਤਾਨ ਦਾ ਰਾਜ ਭਾਗ ਮਿਲਿਆ। ਉਹਨੇ ਕਲਗੀਧਰ ਨਾਲ ਹੀ ਮੱਥਾ ਲਾ ਲਿਆ। ਕਲਗੀਧਰ ਨੇ, ਗੁਰੂ ਨਾਨਕ ਨੇ, ਰੱਬ ਨੇ ਉਹਦਾ ਰਾਜ ਭਾਗ ਨਹੀਂ ਖੋਇਆ। ਉਹਦੀ ਕੀਤੀ ਹੋਈ ਕਮਾਈ ਦੇ ਨਾਲ ਜਿੰਨਾ ਚਿਰ ਉਹਨੇ ਰਾਜ ਭੋਗਣਾ ਸੀ, ਰਾਜ ਭੁਗਾਇਆ ਉਹਨੂੰ। ਅੰਤ ਨੂੰ ਗੁਰੂ ਖਾਲਸਾ ਜੀ ਉਹਨੂੰ ਝੂਠਾ ਕਰਕੇ ਮਾਰਿਆ, ਤੇ ਫਿਰ ਗੁਰੂ ਖਾਲਸਾ ਜੀ ਉਹਨੇ ਇਹ ਵੀ ਫਰਿਆਦ ਕੀਤੀ ਕਿ ਮੈਂ ਤਪੱਸਿਆ ਕੀਤੀ ਸੀ ਤੇ ਅਜੇ ਰਾਜ ਮੈਂ ਥੋੜਾ ਚਿਰ ਭੋਗਿਆ ਏ, ਤੇ ਥੋੜਾ ਰਾਜ ਭਾਗ ਮੇਰਾ ਰਹਿੰਦਾ ਏ।
ਤੇ ਫਿਰ ਰੱਬ ਨੇ ਉਹਨੂੰ ਕੁਝ ਗ੍ਰੰਥਾਂ ਵਿੱਚ ਲਿਖਿਆ ਏ ਵੀ ਮਹਾਰਾਜਾ ਰਣਜੀਤ ਸਿੰਘ ਬਣਾ ਕੇ ਲਿਆਂਦਾ। ਫਿਰ ਜਿਹੜੇ ਉਹਨੇ ਗੁਰਦੁਆਰੇ ਸਾਹਿਬ ਢਾਏ ਸੀ, ਮੰਦਿਰ ਢਾਏ ਸੀ, ਉਹ ਉਹਦੇ ਕੋਲੋਂ ਬਣਵਾਏ। ਇੱਦਾਂ ਉਹਦੇ ਕੋਲੋਂ ਧਰਮ ਦਾ ਰਾਜ ਵੀ ਕਰਵਾਇਆ। ਐਸਾ ਕੁਝ ਗ੍ਰੰਥਾਂ ਦੇ ਵਿੱਚ ਗੁਰੂ ਖਾਲਸਾ ਜੀ ਇਹ ਲਿਖਿਆ ਮਿਲਦਾ ਏ। ਸ਼੍ਰੀਪਤ ਪਰਿਓ ਸਰਨਾਗਤ ਜਬੈ। ਹਾਂ, ਜਦੋਂ ਵੀ ਕੋਈ ਭਗਵਾਨ ਦੀ ਸ਼ਰਨ ਵਿੱਚ ਆ ਕੇ ਪਿਆ ਏ, ਜਿਹੜੇ ਜਿਹੜੇ ਜੇ ਅਵਸਰ ਭਜਿਓ, ਜਿਹੜੇ ਜਿਹੜੇ ਮੌਕੇ ਤੇ ਜਿਨੇ ਭਜਿਆ, ਚੇਤੇ ਕੀਤਾ ਰੱਬ ਨੂੰ, ਜਦੋਂ ਵੀ ਕੋਈ ਵਾਹਿਗੁਰੂ ਦੀ ਸ਼ਰਨ ਵਿੱਚ ਆ ਕਰਕੇ ਪਿਆ ਏ, ਸੁਹਿਰਦਤਾ ਹਰ ਕਰਤ ਵਾਹੀ। ਜਿਹੜਾ ਵੀ ਆ ਕਰਕੇ ਵਾਹਿਗੁਰੂ ਦੀ ਸ਼ਰਨ ਵਿੱਚ ਜਿਹੜੇ ਮਰਜੀ ਕੰਮ ਲਈ ਆਇਆ ਚੱਲ ਕੇ, ਵਾਹਿਗੁਰੂ ਨੇ ਵਾਹੀ ਉਸ ਦੇ ਨਾਲ ਸੁਹਿਰਦਤਾ ਮਿੱਤਰਤਾ ਹੀ ਕੀਤੀ ਹੈ। ਕੋਈ ਤੇ ਦਾਸ ਬਣ ਕੇ ਆਇਆ, ਪਰ ਮਹਾਰਾਜ ਨੇ ਆਪਣਾ ਮਿੱਤਰ ਬਣਾ ਲਿਆ। ਇਹ ਨਹੀਂ ਆਖਿਆ ਵੀ ਤੂੰ ਰਾਤ ਆ ਗਿਆ, ਤੂੰ ਦਿਨੇ ਆ ਗਿਆ। ਜਿਹ ਦਰ ਆਵਤ ਜਾਤਿਓ ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਰਾਜਿਆਂ ਮਹਾਰਾਜਿਆਂ ਦੇ ਦਰਾਂ ਤੇ ਜਾਣਾ ਹੋਵੇ ਨਾ, ਉੱਥੇ ਗੁਰੂ ਖਾਲਸਾ ਜੀ ਰੋਕ ਦਿੰਦੇ ਨੇ। ਕਹਿੰਦੇ ਰਾਜਾ ਸੁੱਤਾ ਹੋਇਆ ਏ, ਅਜੇ ਸਭਾ ਨਹੀਂ ਲੱਗੀ, ਅਜੇ ਅਦਾਲਤ ਨਹੀਂ ਲੱਗੀ, ਪਰ ਰਾਤ ਚਲ ਜੋ, ਦਿਨੇ ਚਲ ਜੋ, ਭਗਵਾਨ ਦਾ ਘੰਟਾ ਖੜਕਾ ਦਿਓ ਜਾ ਕੇ ਕਮਰੇ ਦਾ। ਭਗਵਾਨ ਉਸੇ ਵੇਲੇ ਹੀ, ਭਗਵਾਨ ਕਹਿੰਦਾ ਆ ਜਾ, ਤੂੰ ਮੇਰਾ ਮਿੱਤਰ ਹੀ ਹੈ, ਭਾਵੇਂ ਕੋਈ ਗਰੀਬ ਭਾਵੇਂ ਕੋਈ ਅਮੀਰ ਚਲਿਆ ਜਾਵੇ। ਤੌਨ ਅਵਸਰ ਚਾਰ ਤਬੈ। ਹਾਂ, ਤੌਣ ਜਿਹੜੇ ਕਿਸੇ ਨੇ ਮੌਕੇ ਦੇ ਚੇਤੇ ਕੀਤਾ ਹੋਵੇ ਤੇ ਇਸ ਮੌਕੇ ਤੇ ਹੀ ਭਗਵਾਨ ਜਾਂਦਾ ਹੈ। ਤਬੈ ਮੈਨੇ ਤਦੋਂ ਹੀ, ਚਾਰ ਮੈਨੇ ਚੱਲ ਕਰਕੇ, ਤਦੋਂ ਹੀ ਚੱਲ ਕਰਕੇ ਭਗਵਾਨ ਜਾਂਦਾ ਹੈ। ਭਾਵੇਂ ਕੋਈ ਬਿਪਤਾ ਦਾ ਕੰਮ ਹੋਵੇ ਤੇ ਭਾਵੇਂ ਕੋਈ ਖੁਸ਼ੀ ਦਾ, ਭਾਵੇਂ ਕੋਈ ਰਾਤ ਦਾ ਸਮਾਂ ਤੇ ਭਾਵੇਂ ਕੋਈ ਦਿਨ ਦਾ ਸਮਾਂ, ਜਿਹੜੇ ਸਮੇਂ ਭਗਵਾਨ ਨੂੰ ਚੇਤੇ ਕੀਤਾ, ਭਗਵਾਨ ਜਿਹੜਾ ਚੇਤੇ ਕਰਦਾ ਉਹਦੇ ਨਾਲ ਮਿੱਤਰਤਾ ਕਰਕੇ, ਜਿਹੜਾ ਮੌਕਾ ਹੁੰਦਾ ਤੌਣ ਤਿਸ ਮੌਕੇ ਤੇ ਤਬੈ, ਤਦੋਂ ਹੀ ਜਦੋਂ ਕੋਈ ਚੇਤੇ ਕਰਦਾ ਉਦੋਂ ਹੀ ਚਾਰ ਮੈਨੇ ਚੱਲ ਕਰਕੇ ਤੇ ਸ਼ਰਨਾਰਥੀ ਦੀ ਰੱਖਿਆ ਕਰਦਾ ਹੈ ਭਗਵਾਨ। ਬਿਸ਼ਨ ਪਾਦ ਸ਼ੰਤ ਰਾਮਾ ਸਲੋਕ, ਬਾਸਕ ਪ੍ਰਨਤ ਪੁਨੀਤ ਪਾ। ਹਾਂ, ਕਹਿੰਦੇ ਹੋਰਨਾਂ ਦੀ ਤੇ ਗੱਲ ਹੀ ਨਾ ਕਰੀਏ। ਦੇਖੋ ਸ਼ੇਸ਼ਨਾਗ, ਬਾਸਕ ਮੈਨੇ ਸ਼ੇਸ਼ਨਾਗ, ਜ਼ਹਿਰ ਦੇ ਨਾਲ ਭਰਿਆ ਹੋਇਆ, ਕਾਲਾ ਉਹਦਾ ਰੰਗ, ਸੱਪ ਦੇ ਲਾਗੇ ਕੋਈ ਨਹੀਂ ਜੇ ਜਾਂਦਾ। ਸੱਪ ਵਿੱਚ ਭਾਵੇਂ ਜ਼ਹਿਰ ਵੀ ਨਾ ਹੋਵੇ, ਕੋਹਾਂ ਦੂਰ ਭੱਜ ਜਾਈਦਾ ਹੈ, ਇੰਨਾ ਇਹਨੂੰ ਨੀਚ ਮੰਨਿਆ ਗਿਆ ਹੈ। ਇਹ ਵੀ ਦੇਖੋ ਭਗਵਾਨ ਦੀ ਸ਼ਰਨ ਵਿੱਚ ਪ੍ਰਣਤ ਮੈਨੇ ਪੈਣੇ ਕਰਕੇ ਇਹ ਪਨੀਤ ਪਵਿੱਤਰ ਹੋ ਗਿਆ। ਸੇਖ ਸਾਏ ਜਲ ਸੈਨ, ਇਹ ਜਾ ਕਰਕੇ ਸ਼ਰਨ ਵਿੱਚ ਪਿਆ ਸੇਖ ਸਾਈ, ਸਰਬਲੋ ਮਾਂ ਵਿਸ਼ਨੂੰ ਦੀ ਸ਼ਰਨ ਵਿੱਚ। ਜਲ ਸੈਨ, ਜਿਹੜਾ ਪਹਿਲੋਂ ਜਲ ਦੀ ਸੈਨ ਸੇਜਾ ਬਣਾ ਕਰਕੇ ਆਰਾਮ ਕਰਦਾ ਸੀ, ਫਿਰ ਉਹ ਭਗਵਾਨ ਨੇ ਜਦੋਂ ਉਹਦੀ ਸ਼ਰਨ ਵਿੱਚ ਸ਼ੇਸ਼ਨਾਗ ਗਿਆ ਨਾ, ਤੇ ਭਗਵਾਨ ਨੇ ਆਪਣੀ ਸੇਜਾ ਸ਼ੇਸ਼ਨਾਗ ਨੂੰ ਬਣਾ ਲੈਣਾ ਕੀਤਾ, ਤੇ ਸ਼ੇਖਨਾਗ ਦੀ ਸਾਏ ਕਹੀਏ ਸੇਜਾ ਦੇ ਉੱਪਰ ਵਿਸ਼ਰਾਮ ਕਰਕੇ ਇਹਨੂੰ ਪਵਿੱਤਰ ਕਰ ਦੇਣਾ ਕੀਤਾ। ਬਾਸਕ ਪ੍ਰਣਤ ਪਨੀਤ ਭਉ, ਸ਼ੇਸ਼ਨਾਗ ਸ਼ਰਨ ਵਿੱਚ ਪੈਣੇ ਕਰਕੇ ਪਵਿੱਤਰ ਹੋ ਗਿਆ। ਕਿਵੇਂ ਹੋ ਗਿਆ? ਕਿਉਂਕਿ ਜਲ ਸੈਨ ਭਗਵਾਨ ਨੇ ਸ਼ੇਸ਼ਨਾਗ ਦੇ ਉੱਪਰ ਸੇਜਾ ਲਾ ਕੇ ਆਪਣੇ ਆਪ ਨੂੰ ਸੇਖ ਸਾਏ ਖਵਾਉਣਾ ਸ਼ੁਰੂ ਕਰ ਦਿੱਤਾ। ਪਹਿਲਾਂ ਉਹਨੂੰ ਜਲ ਸੈਨ ਕਹਿੰਦੇ ਸਨ। ਜਲ ਉੱਪਰ ਸੇਜਾ ਲਾਉਣ ਵਾਲੇ ਨੇ ਜਦੋਂ ਸ਼ੇਸ਼ਨਾਗ ਤੇ ਸੇਜਾ ਲਾਈ ਤੇ ਲੋਕ ਉਹਨੂੰ ਸੇਖ ਸਾਈ ਕਹਿਣ ਲੱਗ ਪਏ, ਤੇ ਭਗਵਾਨ ਦੇ ਨਾਲ ਸ਼ੇਖਨਾਗ ਨੂੰ ਵੀ ਉਚਾਰਨ ਲੱਗ ਪਏ, ਉਹਦਾ ਨਾਮ ਵੀ ਲੈਣ ਲੱਗ ਪਏ। ਏਦਾਂ ਉਹ ਪਵਿੱਤਰ ਹੋ ਗਿਆ। ਸੇਜਿਆ ਕਰ ਹਰ ਸੈਨ ਹੀ, ਹਰੀ ਨੇ ਸੇਜਾ ਕਰਕੇ ਤੇ ਸੈਨ ਹੀ ਨਿਸ਼ਚੇ ਕਰਕੇ ਸੈਨ ਆਰਾਮ ਕਰਨਾ ਸ਼ੁਰੂ ਕਰ ਦਿੱਤਾ। ਨਿਸ ਬਾਸੁਰ ਸੁਖ ਚੈਨ, ਰਾਤ ਦਿਨੇ ਸੁਖ ਦੇ ਨਾਲ ਚੈਨ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰਨੀ ਸ਼ੁਰੂ ਕਰ ਦਿੱਤੀ ਭਗਵਾਨ ਨੇ। ਸ਼ਾਂਤ ਕਰਤ ਸੈਨ ਮੁਰਾਰ ਨਿਸ ਦਿਨ, ਹਾਂ, ਰਾਤ ਦਿਨ ਮੁਰਾਰੀ
ਸੈਨ ਕਹੀਏ ਆਰਾਮ ਕਰਦੇ ਹਨ। ਜਲਾ ਬਿੰਬ ਅਸਗਾਹ ਹੈ। ਕਿੱਥੇ ਕਰਦੇ ਨੇ ਆਰਾਮ? ਪਹਿਲੇ ਜਲਾ ਬਿੰਬ, ਜਲ ਦਾ ਬਿੰਬ ਕਹੀਏ ਪਤੀ। ਕੌਣ ਹੈ ਪਤੀ? ਸਮੁੰਦਰ। ਸਮੁੰਦਰ ਦੇ ਉੱਪਰ ਆਰਾਮ ਕਰਦੇ ਨੇ। ਜੋ ਸਮੁੰਦਰ ਬਹੁਤਾ ਅਸਗਾਹ ਕਹੀਏ ਡੂੰਘਾ ਏ, ਉਹ ਸਮੁੰਦਰ ਦੇ ਪਾਣੀ ਨੂੰ ਸੇਜਾ ਬਣਾ ਕਰਕੇ ਉਹਦੇ ਉੱਪਰ ਭਗਵਾਨ ਜੀ ਆਰਾਮ ਕਰਦੇ ਸਨ ਰਾਤ ਦਿਨ। ਸੇਖ ਸੇਜਿਆ ਪੌੜ ਸ਼੍ਰੀਪਤ। ਤੇ ਜਿਸ ਵਕਤ ਸ਼ੇਸ਼ਨਾਗ ਚਲਿਆ ਗਿਆ, ਜਾ ਕੇ ਬੇਨਤੀ ਕੀਤੀ, ਭਗਵਾਨ ਜੀ ਪਾਣੀ ਤੇ ਸੁੱਤੇ ਪਏ ਹੋ, ਮੇਰੇ ਕੋਮਲ ਸਰੀਰ ਦੇ ਉੱਪਰ ਆਰਾਮ ਕਰੋ। ਤੇ ਭਗਵਾਨ ਨੇ ਉਹਨੂੰ ਆਪਣੇ ਸ਼ਰਨ ਵਿੱਚ ਰੱਖ ਲਿਆ। ਤੇ ਉਹਦੀ ਸੇਜਿਆ ਦੇ ਉੱਪਰ ਪੌੜ ਲੰਮੇ ਪੈ ਗਏ ਸ਼੍ਰੀਪਤ ਮਾਇਆ ਦੇ ਪਤੀ। ਸੇਖ ਸਾਏ ਉਸ਼ਾਹ ਹੈ। ਇਹ ਫਿਰ ਸੇਖ ਸਾਈ ਅਖਵਾਉਣ ਲੱਗ ਪਏ ਤੇ ਮਨ ਵਿੱਚ ਲੋਕ ਉਤਸ਼ਾਹ ਕਰਕੇ ਤੇ ਫਿਰ ਭਗਵਾਨ ਨੂੰ ਸੇਖ ਸਾਈ ਕਹਿਣ ਲੱਗ ਪਏ। ਸਿੰਧ ਸੁਤਾ ਤਹ ਪਾਗ ਪਲੋਸਵਤ। ਹਾਂ, ਸ਼ੇਸ਼ਨਾਗ ਦੀ ਸੇਜਾ ਦੇ ਭਗਵਾਨ ਸੁੱਤੇ ਨੇ ਤੇ ਸਿੰਧ ਸੁਤਾ ਲక్ష్ਮੀ ਤੈ ਉੱਥੇ ਭਗਵਾਨ ਦੇ ਪਲੋਸਵਤ ਮੈਨੇ ਪਲੋਸਦੀ ਪਈ ਹੈ। ਚਰਨਾਂ ਦੇ ਤਾਈ ਘੁੱਟਦੀ ਪਈ ਹੈ, ਮਲਦੀ ਪਈ ਹੈ, ਚਰਨਾਂ ਦੇ ਉੱਪਰ ਕੋਮਲ ਮਸਾਜ ਕਰਦੀ ਪਈ ਹੈ। ਦੁਰਗਮ ਸਥਾਨ ਨਿਰਾਲਿਅੰ। ਹਾਂ, ਦੇਖੋ ਭਗਵਾਨ ਨੇ ਕਿੱਥੇ ਆਪਣਾ ਆਸਣ ਲਾਇਆ ਹੈ। ਨਿਰਾਲਿਅੰ, ਨੀਰ ਪਾਣੀ ਵਿੱਚ ਆਲਿਅੰ ਘਰ ਬਣਾਇਆ ਹੈ। ਦੁਰਗਮ ਸਥਾਨ, ਇਹ ਸਥਾਨ ਬੜਾ ਦੁਰਗਮ ਹੈ। ਦੁਰ ਮੈਨੇ ਪਹੁੰਚਣਾ, ਦੁਰ ਮੈਨੇ ਔਖਾ ਤੇ ਗਮ ਮੈਨੇ ਪਹੁੰਚਣਾ। ਜਿੱਥੇ ਪਹੁੰਚਣਾ ਔਖਾ ਹੋਵੇ ਉਹਨੂੰ ਦੁਰਗਮ ਕਹਿੰਦੇ ਨੇ। ਕਹਿੰਦੇ ਇਹ ਸਥਾਨ ਬੜਾ ਦੁਰਗਮ ਹੈ। ਪਾਣੀ ਦੇ ਵਿੱਚ ਘਰ ਬਣਾ ਕਰਕੇ ਭਗਵਾਨ ਜੀ ਬੈਠੇ ਨੇ। ਪਦਮ ਨਾਭ ਤੇ ਬ੍ਰਹਮ ਉਪਜਿਓ। ਹਾਂ, ਕਹਿੰਦੇ ਫੇਰ ਉੱਥੇ ਕੀ ਹੋਇਆ? ਭਗਵਾਨ ਜੀ ਸ਼ੇਸ਼ਨਾਗ ਦੀ ਸੇਜਾ ਤੇ ਪਏ ਨੇ ਤੇ ਉਹਨਾਂ ਦੀ ਨਾਭੀ ਦੇ ਵਿੱਚੋਂ ਪਦਮ ਕਮਲ ਪੈਦਾ ਹੋਇਆ ਤੇ ਉਹ ਕਮਲ ਦੇ ਉੱਪਰ ਬ੍ਰਹਮਾ ਪੈਦਾ ਹੋ ਗਿਆ। ਚਾਤੁਰ ਵੇਦ ਸੰਭਾਲਿਅੰ। ਫਿਰ ਜਿਹਨੇ 4 ਵੇਦ ਸੰਭਾਲਣਾ ਕੀਤੀ, ਆਕਾਸ਼ਵਾਣੀ ਹੋਈ 4 ਵੇਦਾਂ ਦੀ ਬ੍ਰਹਮੇ ਨੂੰ ਤੇ ਫਿਰ ਉਹਨੇ ਬ੍ਰਹਮੇ ਨੇ ਵੇਦ ਸੰਭਾਲੇ। ਫਿਰ ਅੱਗੇ ਵਿਆਸ ਰੂਪ ਹੋ ਕਰਕੇ ਬ੍ਰਹਮੇ ਨੇ ਵਿਆਸ ਜੀ ਦਾ ਅਵਤਾਰ ਧਾਰ ਕੇ 4 ਵੇਦ ਦੁਨੀਆ ਤੇ ਪ੍ਰਗਟ ਕੀਤੇ ਸਨ। ਪਰਮ ਪਾਵਨ ਸ਼੍ਰੀ ਕਮਲਾਪਤ। ਹਾਂ, ਜਿਹੜੇ ਬਹੁਤੇ ਪਵਿੱਤਰ ਨੇ ਸ਼੍ਰੀ ਸ਼੍ਰੋਮਣੀ ਲక్ష్ਮੀ ਦੇ ਪਤੀ ਮਾਂ ਵਿਸ਼ਨੂੰ ਜੀ। ਸਹਿਤ ਕਮਲਾ ਰਾਜਹੀ। ਐਸੇ ਮਹਾਕਾਲ ਜੀ ਲక్ష్ਮੀ ਦੇ ਸਹਿਤ ਸ਼ੇਸ਼ਨਾਗ ਦੀ ਸੇਜਾ ਦੇ ਸੋਭਦੇ ਪਏ ਨੇ। ਕਮਲ ਨਾਭ ਪਾਰ ਬ੍ਰਹਮ ਬੈਠੇ। ਹਾਂ, ਕਹਿੰਦੇ ਆ ਵੀ ਵਿਸ਼ਨੂੰ ਭਗਵਾਨ ਦੀ ਧੁਨੀ ਵਿੱਚ ਕਮਲ ਹੈ ਤੇ ਉਹ ਕਮਲ ਦੇ ਉੱਪਰ ਪਾਰ ਬ੍ਰਹਮ ਬ੍ਰਹਮਾ ਜੀ ਬੈਠੇ ਹਨ। ਵੇਦ ਧੁਨ ਗੁਣ ਸਾਜਹੀ। ਉਹ ਵੇਦਾਂ ਦੀ ਧੁਨੀ ਕਰਦੇ ਹੋਏ ਆਪਣੇ ਗੁਣਾ ਕਰਕੇ ਸਾਜ ਹੀ ਫੱਬਦੇ ਪਏ ਨੇ, ਪੰਨ ਪੜਾਉਣ ਦੇ ਗੁਣਾ ਕਰਕੇ। ਸ਼ਲੋਕ ਧਨ ਭਾਗ ਤੋ ਨਾਗ ਧਨਯ। ਸਾਹਿਬ ਜੀ ਕਹਿੰਦੇ ਨੇ, ਹੇ ਨਾਗ ਤੇਰੇ ਵੱਡੇ ਭਾਗ ਨੇ, ਹੇ ਨਾਗ ਤੇਰੇ ਵੱਡੇ ਭਾਗ ਨੇ, ਤੂੰ ਧਨ ਹੈ, ਤੇਰੇ ਵੱਡੇ ਭਾਗ ਨੇ। ਧਨ ਕੁਲੀ ਪ੍ਰਧਾਨ। ਹਾਂ, ਤੂੰ ਆਪਣੀ ਕੁਲ ਵਿੱਚੋਂ ਪ੍ਰਧਾਨ ਹੋਇਆ ਹੈ, ਇਸ ਲਈ ਤੇਰੀ ਕੁਲ ਵੀ ਧਨ ਹੈ। ਨਹੀਂ ਤੇ ਸੱਪਾਂ ਨੂੰ ਕੋਈ ਨਹੀਂ ਸੀ ਪੁੱਛਦਾ ਤੇਰੀ ਕੁਲ ਨੂੰ। ਤੂੰ ਭਗਵਾਨ ਦੀ ਸੇਜਾ ਬਣਿਆ ਹੈ, ਇਸ ਵਾਸਤੇ ਤੇਰੀ ਕੁਲ ਵੀ ਪ੍ਰਧਾਨ ਹੋ ਗਈ ਹੈ, ਉਹ ਵੀ ਧਨ ਹੈ। ਸ਼੍ਰੀ ਜੋਤ ਬ੍ਰਹਮਾ ਸਹਿਤ ਜਹ। ਹਾਂ, ਤੂੰ ਧਨ ਹੈ ਜਿੱਥੇ ਲక్ష్ਮੀ ਦੇ ਸਮੇਤ ਬ੍ਰਹਮੇ ਦੇ ਸਮੇਤ ਭਗਵਾਨ ਜੀ ਪੌੜੇ ਲੰਮੇ ਹੋਏ ਪਏ ਹੋਏ ਨੇ। ਪੌੜੇ ਸ਼੍ਰੀ ਨਾਰਾਇਣ। ਪੌੜੇ ਮੈਨੇ ਲੰਮੇ ਪਏ ਨੇ। ਪੌੜੇ ਥੋੜਾ ਜਿਹਾ ਭਾਰਾ ਕਰਕੇ ਪੜਨਾ ਹੈ। ਪੌੜੇ ਲੰਮੇ ਪਏ ਨੇ ਸ਼੍ਰੀ ਸ਼੍ਰੋਮਣੀ ਨਾਰਾਇਣ ਜੋ ਮਨੁੱਖਾਂ ਵਿੱਚ ਹੀ ਆਏ ਹੋਏ ਨੇ। ਨਾਰਾਇਣ ਦੇ ਗੁਰੂ ਖਾਲਸਾ ਜੀ ਜੋ ਨੰਨੇ ਨੂੰ ਕੰਨਾ ਲੱਗਾ ਹੈ, ਇਹ ਮਾਤਰਾ ਪੂਰੀਆਂ ਕਰਨ ਵਾਸਤੇ ਹੈ। ਉਦਾਂ ਗੁਰੂ ਖਾਲਸਾ ਜੀ ਅਰਥ ਨਾਰਾਇਣ ਹੀ ਹੈ ਜੋ ਮਨੁੱਖਾਂ ਵਿੱਚ ਹੀ ਆਏ ਹੋਏ ਨੇ। ਜਾਂ ਇਦਾਂ ਅਰਥ ਸਮਝ ਲੈਣਾ ਜੋ ਨਾਰੀਆਂ ਵਿੱਚ ਤੇ ਮਨੁੱਖਾਂ ਵਿੱਚ ਆਣ ਆਏ ਹੋਏ ਨੇ। ਸ਼ੰਤ
ਭਾਵ ਪੁਨੀਤ ਅਹ ਜਾਤ। ਮਹਾਰਾਜ ਕਲਗੀਧਰ ਜੀ ਕਹਿੰਦੇ ਜੋ ਸੱਪ ਜਾਤੀ ਹੈ ਉਹ ਵੀ ਸੰਸਾਰ ਦੇ ਵਿੱਚ ਪੁਨੀਤ ਪਵਿੱਤਰ ਹੋ ਗਈ। ਤ੍ਰਿਗਤ ਜੋਨ ਪਾਵਨ ਭਇਓ। ਤ੍ਰਿਗਤ ਟੇਢੀ ਮੇਢੀ ਜੂਨ ਵੀ ਪਾਵਨ ਪਵਿੱਤਰ ਹੋ ਗਈ ਸ਼੍ਰੀ ਭਗਵਾਨ ਦਾ ਸੰਗ ਕਰਨੇ ਕਰਕੇ। ਜਿਮ ਇਰੰਡ ਇਤਿਆਦ ਕਾਸ਼ਟ। ਜਿਵੇਂ ਇਰੰਡ ਤੇ ਹੋਰ ਜਿਹੜੀ ਲੱਕੜ ਹੈ ਜਿਹਨੂੰ ਕੋਈ ਨਹੀਂ ਪੁੱਛਦਾ ਜਹਾਨ ਦੇ ਉੱਪਰ। ਸੰਗ ਪਰਮਲੈ ਬਸ ਬਾਵਨ ਭਇਓ। ਪਰਮਲੈ ਚੰਦਨ ਦੇ ਸੰਗ ਨਾਲ ਬਸ ਬਸਨੇ ਕਰਕੇ ਉਹ ਬਾਵਨ ਚੰਦਨ ਦਾ ਹੀ ਰੂਪ ਹੋ ਜਾਂਦਾ ਹੈ। ਜਿਵੇਂ ਗੁਰੂ ਖਾਲਸਾ ਜੀ ਇਰੰਡ ਨੂੰ ਨਹੀਂ ਕੋਈ ਪੁੱਛਦਾ, ਜੇ ਚੰਦਨ ਦੇ ਲਾਗੇ ਲਾ ਦਿਓ ਚੰਦਨ ਦਾ ਸੰਗ ਕਰਨੇ ਕਰਕੇ, ਚੰਦਨ ਦੇ ਕੋਲ ਵਸਨੇ ਕਰਕੇ ਇਰੰਡ ਵੀ ਬਾਵਨ ਕਹੀਏ ਚੰਦਨ ਹੀ ਹੋ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਸੇਖਨਾਗ ਨੂੰ ਕੋਈ ਨਹੀਂ ਸੀ ਪੁੱਛਦਾ, ਪਰ ਗੁਰੂ ਖਾਲਸਾ ਜੀ ਭਗਵਾਨ ਦਾ ਸੰਗ ਕੀਤਾ। ਜਿੱਥੇ ਭਗਵਾਨ ਨੂੰ ਚੇਤੇ ਕਰਦੇ ਨੇ ਉੱਥੇ ਸ਼ੇਸ਼ਨਾਗ ਨੂੰ ਵੀ ਚੇਤੇ ਕਰਨ ਲੱਗ ਪਏ। ਸੇਖ ਸਾਈ ਕਹਿਣ ਲੱਗ ਪਏ ਤੈਸ ਜੇ ਜੇ ਸਰਨ ਆਏ। ਮਹਾਰਾਜ ਕਲਗੀਧਰ ਜੀ ਕਹਿੰਦੇ ਇਵੇਂ ਹੀ ਜਿਵੇਂ ਇਰੰਡ ਚੰਦਨ ਦਾ ਸੰਗ ਕਰਨੇ ਕਰਕੇ ਚੰਦਨ ਹੋ ਗਿਆ, ਇਦਾਂ ਹੀ ਜਿਹੜੇ ਜਿਹੜੇ ਭਗਵਾਨ ਦੀ ਸ਼ਰਨ ਵਿੱਚ ਆਏ ਨੇ ਗਤ ਬਿਵਾਨੀ ਪਾਏ ਹੈ। ਉਹਨਾਂ ਨੇ ਬਿਵਾਨੀ ਗਤ ਗੁਰੂ ਖਾਲਸਾ ਜੀ ਦੇਵਤਿਆਂ ਵਾਲੀ ਅਵਸਥਾ ਉਹਨਾਂ ਨੇ ਪ੍ਰਾਪਤ ਕਰ ਲਈ। ਹਰ ਦਾਸ ਨਾ ਜਿਹੜੇ ਜਿਹੜੇ ਹਰੀ ਦੀ ਸ਼ਰਨ ਵਿੱਚ ਗਾਂ ਆਉਣਗੇ ਉਹ ਗਤ ਬਿਵਾਨਾਂ ਵਿੱਚ ਰਹਿਣ ਵਾਲੀ ਦੇਵਤਿਆਂ ਵਾਲੀ ਗਤ ਅਵਸਥਾ ਨੂੰ ਪਾਏ ਹੈ, ਪਾ ਲੈਣਗੇ। ਹਰ ਦਾਸ ਹਰ ਮਿਲ ਸਦਾ ਪਾਵਨ। ਹਰੀ ਦੇ ਦਾਸ ਹਰੀ ਦੇ ਨਾਲ ਮਿਲ ਕੇ ਸਦਾ ਹੀ ਪਾਵਨ ਹੁੰਦੇ ਨੇ। ਸ਼ਰੁਤ ਸ਼ਾਸਤਰ ਸਿਮਰਤਨ ਗਾਏ ਹੈ। ਸ਼ਰੁਤ ਵੇਦਾਂ ਵਿੱਚ 4 ਵੇਦ ਨੇ, ਸ਼ਾਸਤਰ 6 ਨੇ, ਸਿਮਰਤੀਆਂ 27 ਨੇ। ਇਹਨਾਂ ਵਿੱਚ ਇਹ ਗੱਲ ਗਾਈ ਹੈ। ਕਲਗੀਧਰ ਪਾਤਸ਼ਾਹ ਜੀ ਕਹਿੰਦੇ ਪਏ ਨੇ ਮਹਾ ਸਾਧ ਸੁਸ਼ੀਲ ਬਾਸਿਕ। ਸਾਹਿਬ ਜੀ ਕਹਿੰਦੇ ਦੇਖੋ ਫੁੰਕਾਰੇ ਮਾਰਦਾ ਸੀ ਸ਼ੇਸ਼ਨਾਗ, ਬਹੁਤਾ ਇਹਦਾ ਕੌੜਾ ਸੁਭਾਅ ਸੀ, ਪਰ ਜਦੋਂ ਦਾ ਇਹਨੇ ਹਰੀ ਦਾ ਸੰਗ ਕਰ ਲਿਆ ਸੁਸ਼ੀਲ ਬਹੁਤਾ ਹੀ ਠੰਡਾ ਸੁਭਾਅ, ਬਹੁਤਾ ਹੀ ਸਾਧਾਂ ਵਾਲਾ ਸੁਭਾਅ ਬਾਸਿਕ ਸ਼ੇਸ਼ਨਾਗ ਦਾ ਹੋ ਗਿਆ। ਵੱਡ ਭਾਗ ਸੇਵਕ ਸ਼੍ਰੀ ਹਰੀ। ਵੱਡ ਭਾਗ ਵੱਡੇ ਭਾਗ ਨੇ, ਵੱਡ ਭਾਗ ਇਕੱਠਾ ਹੀ ਹੈ, ਮਹਾ ਸਾਧ ਵੀ ਇਕੱਠਾ ਹੀ ਹੈ। ਵੱਡੇ ਭਾਗ ਨੇ ਜੋ ਸ੍ਰੀ ਮਾਇਆ ਨੂੰ ਹਰੀ ਹਰੇ ਕਰਨ ਵਾਲੇ ਭਗਵਾਨ ਦਾ ਸੇਵਕ ਬਣ ਗਿਆ ਹੈ। ਗੁਰੂ ਖਾਲਸਾ ਜੀ ਜਿਵੇਂ ਕਿਸੇ ਔਰਤ ਨੂੰ ਗਾਂ ਕੋਈ ਬਾਲ ਬੱਚਾ ਜੰਮਣ ਵਾਲਾ ਹੋਵੇ, ਪਿੰਡਾਂ ਵਿੱਚ ਗੱਲਾਂ ਕਰਦੀਆਂ ਆਮ ਮਾਈਆਂ ਇਹਦੀ ਗੋਦ ਹਰੀ ਹੋ ਗਈ ਹੈ। ਜਿਹਨੇ ਲక్ష్ਮੀ ਦੀ ਗੋਦ ਨੂੰ ਹਰਿਆਂ ਕੀਤਾ ਹੈ, ਭਾਵ ਲక్ష్ਮੀ ਦਾ ਜੋ ਪਤੀ ਹੈ ਉਹ ਕੌਣ ਹੈ? ਭਗਵਾਨ, ਜਿਹਨੂੰ ਮਾਂ ਵਿਸ਼ਨੂੰ, ਜਿਹਨੂੰ ਮਾਂ ਕਾਲ ਪੁਰਖ ਕਹਿੰਦੇ ਨੇ। ਵਿਸ਼ਨੂੰ ਬ੍ਰਹਮਾ 6ਵੇਂ ਅੱਡ ਹੈ। ਇਹ ਗੁਰੂ ਖਾਲਸਾ ਜੀ ਮਾਂ ਵਿਸ਼ਨੂੰ, ਜਿਹਨੂੰ ਸ੍ਰੀ ਪਦ ਮਹਾਰਾਜ ਨੇ ਅੰਮ੍ਰਿਤ ਕੇ ਸੋਈਆਂ ਵਿੱਚ ਆਖਿਆ ਹੈ। ਫਿਰ ਗੁਰੂ ਖਾਲਸਾ ਜੀ ਲక్ష్ਮੀ ਦੀ ਕੁੱਖ ਤੋਂ ਅੱਗੇ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੰਮੇ ਨੇ। ਇਹਨਾਂ ਨੇ ਸੰਸਾਰ ਦਾ ਕਾਰ ਗੁਜ਼ਾਰਾ ਚਲਾਇਆ ਹੈ। ਭਗਵਾਨ ਤੇ ਸ਼ੇਸ਼ਨਾਗ ਦੀ ਸੇਜਾ ਤੇ ਬੈਠੇ ਹਨ। ਵਿਦਾਂਤ ਦੇ ਗ੍ਰੰਥਾਂ ਵਿੱਚ ਲਿਖਿਆ ਹੈ ਮਾਇਆ ਦੀ ਸੇਜਾ ਦੇ ਉੱਪਰ ਬ੍ਰਹਮ ਬੈਠਾ ਹੈ। ਬ੍ਰਹਮ ਨੇ ਗੁਰੂ ਖਾਲਸਾ ਜੀ ਵੇ ਕੀ ਕੀਤਾ ਹੈ? ਇਹ ਜੋ ਮਾਇਆ ਹੈ ਇਹਦੇ ਵਿੱਚ ਆਪਣੀ ਚੇਤਨ ਸੱਤਾ ਰੱਖੀ ਹੈ। ਇਹਦੇ ਤੋਂ ਰਜੋ ਤਮੋ ਸਤੋ ਇਹ 3 ਗੁਣ ਪੈਦਾ ਹੋਏ ਨੇ। ਫਿਰ ਇਹਨਾਂ 3 ਗੁਣਾਂ ਨੇ ਇਹ ਗੁਰੂ ਖਾਲਸਾ ਜੀ ਤ੍ਰਿਗੁਣਾਤਮਕ ਸ੍ਰਿਸ਼ਟੀ ਪੈਦਾ ਕੀਤੀ ਹੈ। ਇਹ ਵਿਦਾਂਤ ਦੇ ਗ੍ਰੰਥਾਂ ਵਿੱਚ ਲਿਖਿਆ ਹੈ। ਪੁਰਾਣਾਂ ਵਿੱਚ ਇਹ ਕਥਾ ਇੰਜ ਲਿਖੀ ਹੈ, ਸ੍ਰੀ ਮਾਇਆ ਨੂੰ ਹਰੀ ਹਰਿਆਂ ਕੀਤਾ ਹੈ। ਉਹਦੀ ਕੁੱਖ ਤੋਂ ਬ੍ਰਹਮਾ ਵਿਸ਼ਨੂੰ ਤੇ ਮਹੇਸ਼ 3 ਜੰਮੇ ਨੇ। ਏਕਾ ਮਾਈ ਜੁਗਤ ਵਿਆਈ 3 ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਨ,
ਇਹ ਵਿਆਖਿਆ ਸਰਬਲੋ ਵਿੱਚ ਮਹਾਰਾਜ ਨੇ ਕੀਤੀ ਹੈ। ਪਾਵਨ ਪੁਨੀਤ ਸ਼੍ਰੀਪਤ ਸਮੀਪੀ। ਹਾਂ, ਇਹ ਪਵਿੱਤਰ ਹੋ ਗਿਆ, ਬਹੁਤ ਪਵਿੱਤਰ ਹੋ ਗਿਆ। ਪਾਵਨ ਪੁਨੀਤ ਪਵਿੱਤਰ ਤੋਂ ਵੀ ਪਵਿੱਤਰ ਹੋ ਗਿਆ। ਸਮੀਪੀ ਮੈਨੇ ਸੰਗ ਕਰਨੇ ਕਰਕੇ ਮਾਇਆ ਦੇ ਪਤੀ ਭਗਵਾਨ ਦਾ ਇਹ ਸ਼ੇਸ਼ਨਾਗ ਪਵਿੱਤਰ ਹੋ ਗਿਆ ਏ। ਖਾਸ ਸੇਵਕ ਨਰ ਹਰੀ। ਹਾਂ, ਨਰ ਹਰੀ, ਨਰਾਂ ਨੂੰ ਹਰੇ ਕਰਨ ਵਾਲੇ ਵਾਹਿਗੁਰੂ ਦਾ ਇਹ ਖਾਸ ਸੇਵਕ ਬਣ ਗਿਆ ਏ। ਸ਼ਲੋਕ ਮਾਨਸ ਜਨਮ ਦੁਰਲਭ ਹੈ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ, ਦੇਖੋ ਸੱਪਾਂ ਨੂੰ ਕੋਈ ਨਹੀਂ ਜੇ ਪੁੱਛਦਾ। ਸੱਪ ਹਰੀ ਦੀ ਸ਼ਰਨ ਵਿੱਚ ਗਿਆ, ਮਹਾਰਾਜ ਨੇ ਆਪਣੀ ਅਸਵਾਰੀ ਬਣਾ ਕੇ ਉਹਨੂੰ ਪਵਿੱਤਰ ਤੋਂ ਪਵਿੱਤਰ ਕਰ ਦਿੱਤਾ। ਗੁਰੂ ਖਾਲਸਾ ਜੀ ਮੋਰਾਂ ਗਰੜਾਂ ਨੂੰ ਤੇ ਸਾਰੇ ਪੁੱਛਦੇ ਨੇ, ਕਾਵਾਂ ਨੂੰ ਗਿਲਜਾਂ ਨੂੰ ਨਹੀਂ ਕੋਈ ਪੁੱਛਦਾ। ਦੇਖੋ ਜਟਾਜੂ, ਇਹ ਗੁਰੂ ਖਾਲਸਾ ਜੀ ਰਾਮਚੰਦਰ ਦੀ ਸ਼ਰਨ ਵਿੱਚ ਗਿਆ। ਰਾਮ ਜੀ ਨੇ ਇਹਦੇ ਉੱਪਰ ਕਿਰਪਾ ਕਰਕੇ ਇਹਨੂੰ ਸਵਰਗਾਂ ਵਿੱਚ ਵਾਸਾ ਬਖਸ਼ ਦਿੱਤਾ। ਫਿਰ ਹਾਥੀ ਨੂੰ ਕੋਈ ਨਹੀਂ ਜੇ ਪੁੱਛਦਾ। ਗੁਰੂ ਖਾਲਸਾ ਜੀ ਪਸ਼ੂ ਹੀ ਹੈ ਨਾ, ਪਸ਼ੂਆਂ ਦਾ ਰਾਜਾ ਸ਼ੇਰ ਨੂੰ ਆਖਿਆ ਜਾਂਦਾ, ਹਾਥੀ ਨੂੰ ਨਹੀਂ ਆਖਿਆ ਜਾਂਦਾ। ਹਾਥੀ ਨੇ ਪੁਕਾਰ ਕੀਤੀ, ਭਗਵਾਨ ਨੇ ਉਹਦੀ ਰੱਖਿਆ ਕਰ ਦਿੱਤੀ। ਏਦਾਂ ਮਹਾਰਾਜ ਕਹਿੰਦੇ ਨਖਿੱਧ ਜੂਨਾਂ ਦੀ ਜੇ ਰੱਖਿਆ ਕਰਕੇ ਨਖਿੱਧ ਜੂਨਾਂ ਨੂੰ ਭਗਵਾਨ ਨੇ ਉੱਚ ਪਦਵੀਆਂ ਬਖਸ਼ੀਆਂ ਨੇ। ਤੇ ਪਿਆਰੇ ਭਾਈ ਦਇਆ ਸਿੰਘ ਜੀ, ਇਹ ਮਨੁੱਖਾ ਜਨਮ ਤੇ ਬਹੁਤਾ ਦੁਰਲਭ ਹੈ। ਕਬੀਰ ਸਾਹਿਬ ਜੀ ਨੇ ਵੀ ਲਿਖਿਆ ਏ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ, ਜਿਉ ਬਨ ਫਲ ਪਾਕੇ ਭੋਏ ਗ੍ਰਹਿ, ਬੌਰ ਨਾ ਲਾਗੈ ਡਾਰ। ਮਨੁੱਖਾ ਜਨਮ ਇੰਨਾ ਕੀਮਤੀ ਹੈ, ਜਿਵੇਂ ਗੁਰੂ ਖਾਲਸਾ ਜੀ ਰੁੱਖ ਤੋਂ ਇੱਕ ਵਾਰੀ ਫਲ ਡਿੱਗ ਪਵੇ, ਉਹ ਦੁਬਾਰਾ ਰੁੱਖ ਦੇ ਨਾਲ ਨਹੀਂ ਜੇ ਲੱਗਦਾ। ਇਸੇ ਤਰ੍ਹਾਂ ਇੱਕ ਵਾਰੀ ਮਨੁੱਖਾ ਜਨਮ ਪਾ ਲਿਆ, ਫਿਰ 84 ਲੱਖ ਜੂਨਾਂ ਤੋਂ ਬਾਅਦ ਹੀ ਇਹ ਪ੍ਰਾਪਤ ਹੋਵੇਗਾ, ਬਾਰ-ਬਾਰ ਨਹੀਂ ਪ੍ਰਾਪਤ ਹੋਵੇਗਾ। ਸੋ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਸ਼ਲੋਕ ਮਾਨਸ ਜਨਮ ਦੁਰਲਭ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਮਨੁੱਖਾ ਜਨਮ ਬਹੁਤਾ ਦੁਰਲਭ ਹੈ। ਇਹ ਭਾਈ ਔਖਾ ਹੀ ਲੱਭਦਾ ਹੈ। ਜਿਹੜਾ ਔਖਾ ਲੱਭੇ ਉਹਨੂੰ ਦੁਰਲਭ ਜਾਂ ਦੁਲੰਭ ਕਹਿੰਦੇ ਨੇ। ਬਾਰ-ਬਾਰ ਨਾ ਲੱਭਿਆ ਜਾਵੇ। ਬਾਸ਼ਿਤ ਸੁਰ ਸਿੱਧ ਬ੍ਰਿੰਦ। ਸਾਹਿਬ ਜੀ ਕਹਿੰਦੇ ਨੇ ਜਿਹੜੇ 84 ਸਿੱਧ ਨੇ ਜਾਂ ਸੁਰ ਦੇਵਤੇ ਨੇ, ਬ੍ਰਿੰਦ ਬਹੁਤੇ ਜਾਂ ਸਾਰੇ ਹੀ ਇਹ ਮਨੁੱਖੇ ਜਨਮ ਨੂੰ ਬਾਂਸ਼ਿਤ ਚਾਹੁੰਦੇ ਹਨ। ਬਾਂਸ਼ਿਤ ਮਾਤਾ ਜੀ ਗਿਆਨੀ ਚੰਦਾ ਸਿੰਘ ਜੀ ਵੱਡੇ ਆਕਾਰ ਦੀ ਬੀੜ ਵਿੱਚ ਬਿੰਦੀ ਲੱਗੀ ਹੈ, ਕੰਨੇ ਦੇ ਉੱਪਰ ਇਹ ਲਗਾ ਲੈਣੀ। ਜਾਂ ਸਿੱਧ ਕਹੀਏ ਪ੍ਰਗਟ ਰੂਪ ਵਿੱਚ ਹੀ ਜਿਹੜੇ ਸੁਰ ਦੇਵਤੇ ਨੇ, ਉਹ ਗੁਰੂ ਖਾਲਸਾ ਜੀ ਬ੍ਰਿੰਦ ਸਾਰੇ ਹੀ ਇਸ ਮਨੁੱਖੇ ਜਾਮੇ ਨੂੰ ਚਾਹੁੰਦੇ ਨੇ। ਇਹ ਨਹੀਂ ਵੀ 2 ਚਾਹੁੰਦੇ 4 ਨਹੀਂ ਚਾਹੁੰਦੇ। ਜਿੰਨੇ 33 ਕਰੋੜ ਦੇਵਤੇ 9 ਕਰੋੜ ਦੇਵੀਆਂ ਨੇ, ਇਹ ਸਾਰੇ ਹੀ ਚਾਹੁੰਦੇ ਨੇ ਮਨੁੱਖੇ ਜਾਮੇ ਦੇ ਤਾਈ। ਭਾਗ ਵੱਡੇ ਤੇ ਪਾਈਐ। ਸੱਚੇ ਪਾਤਸ਼ਾਹ ਜੀ ਕਹਿੰਦੇ ਵੱਡੇ ਭਾਗਾਂ ਕਰਕੇ ਪ੍ਰਾਪਤ ਹੁੰਦਾ ਏ। ਮਾਨਸ ਜਨਮ ਸੁਖਿੰਦ। ਜਿਹੜਾ ਮਨੁੱਖਾ ਜਨਮ ਸੁਖ ਇੰਦ ਸੁਖਾਂ ਦਾ ਮਾਲਕ ਹੈ। ਜਿੰਨੇ ਸੁਖ ਮਨੁੱਖੇ ਜਾਮੇ ਵਿੱਚ ਹੈ, ਕਿਸੇ ਜਾਮੇ ਵਿੱਚ ਨਹੀਂ ਹੈ। ਬਾਣੀ ਵਿੱਚ ਲਿਖਿਆ ਏ, ਅਬਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। 84 ਲੱਖ ਜੂਨਾਂ ਦਾ ਗੁਰੂ ਖਾਲਸਾ ਜੀ ਰਾਜਾ ਮਨੁੱਖੀ ਮੰਨਿਆ ਗਿਆ ਏ। ਸ਼ੰਤ ਤਾਰਿਓ ਸਰੀਰ ਮਾਨੁਖ ਕੇਰਾ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਅਕਾਲ ਪੁਰਖ ਨੇ ਮਨੁੱਖਾ ਸਰੀਰ ਨੂੰ ਵੀ ਤਾਰਨਾ ਕੀਤਾ ਏ। ਮਨੁੱਖੇ ਸਰੀਰ ਦੇ ਵੀ ਤਾਈ ਤਾਰਨਾ ਕੀਤਾ ਏ। ਧਾਰਿਓ ਮਾਨਸ ਬਪ ਤਰੀ। ਧਰੀ ਧਰਤੀ ਦੇ ਉੱਪਰ ਮਾਨਸ ਮਨੁੱਖਾ ਬਪ ਸਰੀਰ। ਜਦੋਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਧਾਰਨਾ ਕੀਤਾ ਏ, ਉਸ ਵਕਤ ਇਹ ਮਨੁੱਖੀ ਜਾਮੇ ਦੇ ਤਾਈ ਵੀ ਤਾਰ ਦੇਣਾ ਕੀਤਾ ਏ। ਧਰਤੀ ਦੇ ਉੱਪਰ ਵੱਖ-ਵੱਖ ਅਵਤਾਰ ਧਾਰ ਕੇ ਪਰਮੇਸ਼ਰ ਆਇਆ ਏ।
ਸਤਜੁਗ ਵਿੱਚ ਬਾਵਨ ਧਾਰਿਆ ਹੈ, ਤ੍ਰੇਤੇ ਵਿੱਚ ਰਾਮ ਰੂਪ ਹੋ ਕੇ ਆਇਆ ਏ। ਇਸੇ ਤਰ੍ਹਾਂ ਦੁਆਪਰ ਵਿੱਚ ਕ੍ਰਿਸ਼ਨ ਰੂਪ ਹੋ ਕੇ ਆਇਆ ਏ। ਕਲਯੁਗ ਵਿੱਚ ਨਾਨਕ ਰੂਪ ਹੋ ਕੇ ਆਇਆ ਹੈ। ਗੁਰੂ ਖਾਲਸਾ ਜੀ ਇਹ ਜੋ ਜਾਮੇ ਨੇ ਤੇ ਹੈ ਤੇ ਸਾਰੇ ਮਨੁੱਖ ਦੇ ਹੀ ਹੈ ਨਾ। ਇਹ ਤਾਂ ਨਹੀਂ ਨਾ ਹੋਇਆ ਵੀ ਤ੍ਰੇਤੇ ਵਿੱਚ ਰਾਮ ਜੀ ਹਾਥੀ ਬਣ ਕੇ ਆਏ ਹੋਣ, ਦੁਆਪਰ ਵਿੱਚ ਸ਼੍ਰੀ ਕ੍ਰਿਸ਼ਨ ਜੀ ਮੋਰ ਬਣ ਕੇ ਆਏ ਹੋਣ। ਜਿੰਨੇ ਵੀ ਅਵਤਾਰ ਆਏ ਨੇ ਧਰੀ ਮੈਨੇ ਧਰਤੀ ਦੇ ਉੱਪਰ, ਉਹਨਾਂ ਨੇ ਮਨੁੱਖੇ ਬੱਪ ਸਰੀਰ ਹੀ ਧਾਰਨਾ ਕੀਤੇ ਨੇ। ਮਨੁੱਖੀ ਜਾਮਿਆਂ ਵਿੱਚ ਅਵਤਾਰ ਧਾਰ ਕੇ ਭਗਵਾਨ ਨੇ ਮਨੁੱਖੀ ਸਰੀਰ ਨੂੰ ਵੀ ਸਫਲਿਆ ਕਰ ਦਿੱਤਾ ਏ। ਅਖਿਲ ਅੱਜ ਅਨੀਹ ਗਾਹਤ। ਹਾਂ, ਅਖਲ ਜੋ ਸਾਰਿਆਂ ਵਿੱਚ ਹੀ ਆਇਆ ਹੋਇਆ ਹੈ। ਅੱਜ ਜੋ ਅਜਨਮਾ ਹੈ, ਅਨੀਹ ਅਨ ਈ ਜਿਹਨੂੰ ਕੋਈ ਇੱਛਾ ਨਹੀਂ ਹੈ, ਐਸਾ ਜੋ ਪਰਮੇਸ਼ਰ ਗਾਹਤ ਵਿਚਾਰਿਆ ਜਾਂਦਾ ਹੈ। ਸ਼ਾਸਤਰ ਸਿਮਰਤ ਰਿਖ ਕਰੀ। ਸ਼ਾਸਤਰ ਸਿਮਰਤੀਆਂ ਜੋ ਰਿਖੀਆਂ ਨੇ ਕਰੀ ਕਰਨਾ ਕੀਤੀਆਂ ਨੇ, ਉਚਾਰਨਾ ਕੀਤੀਆਂ ਨੇ, ਉਹਨਾਂ ਵਿੱਚ ਪਰਮੇਸ਼ਰ ਨੂੰ ਅਜਨਮਾ ਇੱਛਾ ਤੋਂ ਰਹਿਤ ਸਾਰਿਆਂ ਵਿੱਚ ਆਇਆ ਵਿਚਾਰਿਆ ਹੈ। ਰਿਖੀਆਂ ਨੇ ਛੀਆਂ ਸ਼ਾਸਤਰਾਂ ਤੇ 27 ਸਿਮਰਤੀਆਂ ਦੇ ਵਿੱਚ। ਜਾ ਬਪ ਉਦਾਹਰਨ ਹੇਤ। ਹਾਂ, ਕਹਿੰਦੇ ਇਸ ਮਨੁੱਖੇ ਜਾਮੇ ਨੂੰ ਹੀ ਉਧਾਰਨੇ ਵਾਸਤੇ ਪਰਮੇਸ਼ਰ ਨੇ ਮਨੁੱਖੇ ਜਾਮੇ ਵਿੱਚ ਅਵਤਾਰ ਧਾਰਨਾ ਕੀਤਾ ਹੈ। ਮਨੁੱਖੇ ਜਾਮੇ ਵਿੱਚ ਅਵਤਾਰ ਧਾਰ ਕੇ ਫਿਰ ਮਨੁੱਖਾਂ ਨੂੰ ਹੀ ਉਪਦੇਸ਼ ਕਰਿਆ ਹੈ ਨਾ। ਗੁਰੂ ਨਾਨਕ ਰੂਪ ਹੋ ਕੇ ਮਹਾਰਾਜ ਨੇ ਮਨੁੱਖਾਂ ਨੂੰ ਹੀ ਉਪਦੇਸ਼ ਕਰਕੇ ਤਾਰਿਆ ਹੈ ਨਾ। ਪਸ਼ੂਆਂ ਪੰਛੀਆਂ ਨੂੰ ਤੇ ਉਪਦੇਸ਼ ਨਹੀਂ ਨਾ ਕੀਤਾ, ਖਾਸ ਕਰਕੇ ਤੇ ਮਨੁੱਖਾਂ ਨੂੰ ਹੀ ਉਪਦੇਸ਼ ਕੀਤਾ ਹੈ ਨਾ। ਸਿਮਰਤੀਆਂ ਸ਼ਾਸਤਰਾਂ ਦੇ ਵਿੱਚ ਜਿਹਨੂੰ ਰੂਪ ਰੰਗ ਤੋਂ ਰਹਿਤ ਆਖਿਆ ਹੈ, ਉਸ ਪਰਮੇਸ਼ਰ ਨੇ ਇਹ ਮਨੁੱਖੀ ਸਰੀਰ ਨੂੰ ਉਧਾਰਨੇ ਵਾਸਤੇ ਪਹਿਲਾਂ ਆਪ ਮਨੁੱਖਾ ਜਾਮਾ ਧਾਰਿਆ, ਫਿਰ ਮਨੁੱਖੇ ਜਾਮੇ ਨੂੰ ਹੀ ਉਪਦੇਸ਼ ਦੇ ਕੇ ਤਾਰਨਾ ਕੀਤਾ ਹੈ। ਉਦਾਹਰਨ ਇੱਥੇ ਨੰਨਾ ਗੁਰੂ ਖਾਲਸਾ ਜੀ ਲਗਾ ਲੈਣਾ, ਇੱਥੇ ਗਲਤੀ ਨਾਲ ਕੋਈ ਹੋਰ ਅੱਖਰ ਛਪ ਗਿਆ ਹੈ। ਪਾਵਨ ਕਰਨ ਅਵਤਾਰੀ ਬਨੇ। ਮਨੁੱਖੀ ਜਾਮੇ ਦਾ ਭਲਾ ਕਰਨ ਵਾਸਤੇ ਜੋ ਪਾਵਨ ਕਰਨ ਪਵਿੱਤਰ ਕਰਨ ਵਾਲੇ ਸੱਚੇ ਪਾਤਸ਼ਾਹ ਅਕਾਲ ਜੀ ਹਨ, ਉਹ ਮਨੁੱਖੀ ਜਾਮੇ ਵਿੱਚ ਅਵਤਾਰੀ ਪੁਰਖ ਬਣ ਕਰਕੇ ਆਏ ਨੇ। ਆਜੋਨੀ ਆਦ ਅਸੰਗ ਆਯੂ। ਹਾਂ, ਆਦ ਕਹੀਏ ਮੁੱਢ ਤੋਂ ਹੀ। ਆ ਜੋਨੀ ਜਿਹੜਾ ਜੂਨਾ ਵਿੱਚ ਨਹੀਂ ਆਉਂਦਾ, ਜਿਸ ਨੂੰ ਐਸੀ ਅਵਸਥਾ ਵਾਲਾ ਮੰਨਿਆ ਹੈ। ਆਜੂ ਮੈਨੇ ਅਵਸਥਾ, ਅਸੰਗ ਮੈਨੇ ਐਸੀ। ਵੇਦਾਂ ਵਿੱਚ ਜਾਂ ਸਿਆਣਿਆਂ ਪੁਰਖਾਂ ਨੇ ਆਦ ਮੁੱਢ ਤੋਂ ਹੀ ਜਿਹਨੂੰ ਇਹ ਮੰਨਿਆ ਹੈ ਐਸੀ ਅਵਸਥਾ ਵਾਲਾ ਕਿ ਉਹ ਜੂਨਾ ਵਿੱਚ ਨਹੀਂ ਆਉਂਦਾ। ਯਾ ਕਹਿਤ ਤ੍ਰਿਗੁਣ ਮੁਨ ਜਾਨ ਗੁਨੇ। ਹਾਂ, ਮੁਨ ਜਾਨ ਇਕੱਠਾ ਹੀ ਹੈ, ਮੁਨੀ ਜਾਨ ਗੁਣੇ ਵਿਚਾਰ ਕਰਕੇ। ਜਾਂ ਜਿਸ ਦੇ ਤਾਈ ਜੂਨਾ ਤੋਂ ਰਹਿਤ ਅਤੇ ਤਿੰਨਾਂ ਗੁਣਾ ਨੂੰ ਪੈਦਾ ਕਰਨ ਵਾਲਾ, ਤਿੰਨਾਂ ਗੁਣਾ ਵਾਲੀ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ ਕਹਿੰਦੇ ਨੇ। ਗੁਰੂ ਖਾਲਸਾ ਜੀ ਨਿਰਾਕਾਰ ਰੂਪ ਵਿੱਚ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜੂਨਾ ਤੋਂ ਰਹਿਤ ਹੈ। ਇਹ ਗੱਲ ਮੁੱਢ ਤੋਂ ਹੀ ਵੇਦਾਂ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਆਖੀ ਹੈ। ਅਸੰਗ ਐਸੀ ਆਜੂ ਅਵਸਥਾ ਦਾ ਮਾਲਕ ਆਖਿਆ ਹੈ। ਫਿਰ ਜਾਂ ਜਿਸ ਦੇ ਤਾਈ ਮੁਨੀ ਜੁਨਾ ਨੇ ਇਹ ਵੀ ਵਿਚਾਰਿਆ ਹੈ, ਸਰਗੁਣ ਰੂਪ ਕਰਕੇ ਉਹ ਤ੍ਰੈ ਗੁਣ ਸ੍ਰਿਸ਼ਟੀ ਦੇ ਵਿੱਚ ਸਮਾਇਆ ਹੈ। ਪਹਿਲਾਂ ਉਹ ਤ੍ਰੈ ਗੁਣ ਸ੍ਰਿਸ਼ਟੀ ਦਾ ਮੂਲ ਵੀ ਆਪ ਹੀ ਹੈ, ਫਿਰ ਤ੍ਰੈ ਗੁਣ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ ਵੀ ਆਪ ਹੀ ਹੈ। ਇਹ ਤਾਂ ਨਹੀਂ ਕਿ ਉਹ ਮਨੁੱਖਾਂ ਵਿੱਚ ਹੀ ਹੈ, ਪਸ਼ੂਆਂ ਵਿੱਚ ਨਹੀਂ, ਪੰਛੀਆਂ ਵਿੱਚ ਨਹੀਂ। ਮਾਇਆ ਕ੍ਰਿਤ ਤ੍ਰਿਗੁਣ ਸ੍ਰਿਸ਼ਟੀ ਜਿੰਨੀ ਵੀ ਹੈ, ਉਹ ਸਾਰੀ ਵਿੱਚ ਹੀ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਸਮਾਇਆ ਹੋਇਆ ਹੈ। ਇਹ ਮੁਨੀ ਜਨਾਂ ਨੇ ਆਖਿਆ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਿਰਾਕਾਰ ਵਿੱਚ ਜੋ ਜੂਨਾ ਤੋਂ ਰਹਿਤ ਹੈ, ਸਰਗੁਣ ਵਿੱਚ ਜਿਸ ਨੂੰ ਮੁਨੀ ਜਨਾਂ ਨੇ ਵਿਚਾਰਿਆ ਹੈ ਕਿ ਉਹ ਸਾਰੀਆਂ ਹੀ ਜੂਨਾ ਵਿੱਚ ਹੀ ਆਇਆ ਹੈ,
ਉਸ ਨੇ ਮਨੁੱਖੇ ਜਾਮੇ ਵਿੱਚ ਖਾਸ ਕਰਕੇ ਕਿਉਂ ਆਉਣਾ ਕੀਤਾ ਹੈ ਅਵਤਾਰ ਬਣ ਕੇ? ਕਿਉਂਕਿ ਉਹਨੇ ਮਨੁੱਖੇ ਜਾਮੇ ਦਾ ਉਧਾਰ ਕਰਨਾ ਸੀ। ਧਰ ਮਨੁਜ ਬਾਪ ਭਗਵਾਨ, ਹਾਂ, ਮਨੁੱਖਾ ਬੱਪ ਸਰੀਰ ਧਾਰ ਕਰਕੇ ਖਟ ਭਗਾ ਸੰਪੰਨ ਵਾਹਿਗੁਰੂ। ਪਾਵਨ ਕਰਿਓ ਜਾ ਬਾਪ ਮਾਨ ਕੀ, ਵਾਹਿਗੁਰੂ ਨੇ ਪਵਿੱਤਰ ਕੀਤਾ ਇਸ ਮਨੁੱਖੇ ਸਰੀਰ ਨੂੰ। ਆਇਆ ਤੇ ਉਹ ਸਾਰਿਆਂ ਵਿੱਚ ਹੀ ਹੈ। ਉਹਨੂੰ ਤ੍ਰਿਗੁਣ ਤਿੰਨਾਂ ਗੁਣਾਂ ਦੇ ਵਿੱਚ ਸਮਾਇਆ ਮੁਨੀ ਜਨਾਂ ਨੇ ਆਖਿਆ ਏ। ਖਾਸ ਕਰਕੇ ਉਹ ਮਨੁੱਖੇ ਜਾਮੇ ਵਿੱਚ ਕਿਉਂ ਆਇਆ ਏ? ਕਿਉਂਕਿ ਉਹਨੇ ਮਨੁੱਖੇ ਜਾਮੇ ਨੂੰ ਪਵਿੱਤਰ ਕਰਨਾ ਸੀ। ਵਾਂਛਿਤ ਜਾ ਬਾਪ ਕਹੋ ਸੁਰਾਸੁਰ, ਇਸ ਵਾਸਤੇ ਦੇਵਤੇ ਤੇ ਦੈਂਤ ਇਸ ਮਨੁੱਖੇ ਜਾਮੇ ਨੂੰ ਚਾਹੁੰਦੇ ਨੇ। ਕਿਦੋ ਹੋਏ ਪ੍ਰਾਪਤ ਬਾਪ ਸੁਖੀ, ਉਹ ਵਿਚਾਰਦੇ ਨੇ ਕਦੋਂ ਸਾਨੂੰ ਇਹ ਸੁਖੀ ਕਹੀਏ, ਸੁਖ ਨੂੰ ਦੇਣ ਵਾਲਾ ਬੱਪ ਸਰੀਰ। ਕਿਉਂਕਿ ਮੁਕਤੀ ਦਾ ਸੁਖ ਗੁਰੂ ਖਾਲਸਾ ਜੀ ਇਹ ਮਨੁੱਖੇ ਜਾਮੇ ਵਿੱਚ ਹੀ ਪ੍ਰਾਪਤ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਨੇ ਆਦ ਬਾਣੀ ਵਿੱਚ ਵੀ ਜ਼ਿਕਰ ਕੀਤਾ, ਇਸ ਦੇਹੀ ਕੋ ਲੋਚਾ ਦੇਵ। ਦੇਵਤੇ ਦੇਹ ਨੂੰ ਲੋਚਦੇ ਫਿਰਦੇ ਹਨ। ਕਿਉਂ ਗੁਰੂ ਖਾਲਸਾ ਜੀ? ਕਿਉਂਕਿ ਮੁਕਤੀ ਜਿਹੜੀ ਹੈ ਇਹ ਮਨੁੱਖੇ ਜਾਮੇ ਦੇ ਨਾਲ ਹੀ ਪ੍ਰਾਪਤ ਹੁੰਦੀ ਹੈ। ਇਸ ਵਾਸਤੇ ਦੇਵਤੇ ਚਾਹੁੰਦੇ ਨੇ ਕਦੋਂ ਸਾਨੂੰ ਇਹ ਮੁਕਤੀ ਦਾ ਸੁਖ ਦੇਣ ਵਾਲਾ ਸਰੂਪ ਪ੍ਰਾਪਤ ਹੋਵੇ, ਮਨੁੱਖਾ ਜਾਮਾ। ਸ਼ਲੋਕ ਜਹ ਬਾਪ ਕਹਿ ਹਰ ਧਾਰਹੀ, ਹਾਂ, ਜਿਸ ਮਨੁੱਖਾ ਬੱਪ ਸਰੀਰ ਨੂੰ ਹਰੀ ਨੇ ਧਾਰਨਾ ਕੀਤਾ ਹੈ। ਸੰਤਨ ਹਿਤ ਜਗ ਮਾਹੇ, ਸੰਤਾਂ ਦੇ ਵਾਸਤੇ ਜਗਤ ਦੇ ਵਿੱਚ ਮਾਨਸ ਤਨ ਦੁਰਲਭ ਵੱਡੋ, ਉਹ ਮਨੁੱਖਾ ਸਰੀਰ ਬਹੁਤਾ ਹੀ ਦੁਰਲਭ ਹੈ। ਸਭੀ ਸਰਾਹਤ ਤਾਹੇ, ਸਾਰੇ ਉਸ ਨੂੰ ਸਲਾਉਂਦੇ ਪਏ ਨੇ। ਸ਼ਾਂਤ ਸਾ ਮਨੁਜ ਬਾਪ ਪ੍ਰਭ ਜਗ ਰਚਿਓ, ਹਾਂ, ਸਾ ਮੈਨੇ ਉਹ ਮਨੁੱਖਾ ਜਨਮ, ਮਨੁੱਖਾ ਸਰੀਰ ਪ੍ਰਭੂ ਨੇ ਜਗਤ ਦੇ ਉੱਪਰ ਰਚਨਾ ਕੀਤਾ ਏ। ਜੁਗ ਚਤੁਰ ਮਾਨੁਖ ਹੋਤ ਭੇ, ਹਾਂ, ਚੌਵਾਂ ਯੁੱਗਾਂ ਦੇ ਵਿੱਚ ਹੀ ਮਨੁੱਖ ਹੁੰਦੇ ਨੇ। ਗੁਰੂ ਖਾਲਸਾ ਜੀ ਕਈ 84 ਲੱਖ ਜੂਨਾਂ ਦੇ ਵਿੱਚੋਂ ਜੂਨਾਂ ਪ੍ਰਗਟ ਹੁੰਦੀਆਂ ਨੇ, ਕਈ ਹੁੰਦੀਆਂ ਹੀ ਨਹੀਂ। ਜਿਵੇਂ ਡਾਇਨਾਸੌਰ ਹੈ, ਇਹ ਗੁਰੂ ਖਾਲਸਾ ਜੀ ਪਹਿਲੇ ਯੁੱਗਾਂ ਵਿੱਚ ਹੁੰਦਾ ਸੀ, ਕਲਯੁਗ ਵਿੱਚ ਵੇਖਣ ਨੂੰ ਲੱਭਦਾ ਹੀ ਨਹੀਂ ਹੈ। ਕਦੇ ਗੁਪਤ ਹੋ ਗਿਆ, ਕਦੇ ਪ੍ਰਗਟ ਹੋ ਗਿਆ। ਪਰ ਇਹ ਮਨੁੱਖਾ ਜਨਮ ਜਿਹੜਾ ਦੁਰਲਭ ਹੈ, ਇਹ ਪ੍ਰਭੂ ਨੇ ਚੌਵਾਂ ਯੁੱਗਾਂ 'ਚ ਹੀ ਰਚਨਾ ਕੀਤਾ ਹੈ। ਜਿਹੜੇ ਯੁੱਗ ਵਿੱਚ ਚਲੇ ਜਾਓ, ਉਸੇ ਯੁੱਗ ਵਿੱਚ ਹੀ ਮਨੁੱਖਾ ਜਾਮਾ ਲੱਭ ਜਾਵੇਗਾ। ਜਿਹਨੂੰ ਸਾਰੇ ਸਲਾਉਂਦੇ ਨੇ, ਉਹ ਮਨੁੱਖਾ ਜਾਮਾ ਪ੍ਰਭੂ ਨੇ ਚੌਵਾਂ ਯੁੱਗਾਂ ਦੇ ਵਿੱਚ ਰਚਨਾ ਕੀਤਾ ਏ। ਰੇਖ ਤਪੀ ਜੋਗੀ ਮੁਨ ਜਨਾ, ਰਿਖੀ ਤਪੀ ਜੋਗੀ, ਫਿਰ ਮੁਨ ਜਨਾ ਜਿਹੜੇ ਮੁਨੀ ਜਨ ਨੇ, ਜਨਾਂ ਦੇ ਉੱਪਰ ਬਿੰਦੀ ਨਹੀਂ ਹੈ ਜੀ। ਸੰਤ ਭਗਤ ਭਗਵਤ ਜੋਤ ਹੈ, ਹਾਂ, ਜਿੰਨੇ ਵੀ ਸੰਤ ਹੋਏ ਨੇ, ਫਿਰ ਭਗਤੀ ਕਰਨ ਵਾਲੇ ਜੋ ਭਗਤ ਹੋਏ ਨੇ, ਜਿਹੜੇ ਭਗਵਤ ਪਰਮੇਸ਼ਰ ਦੀ ਜੋਤ ਰੂਪ ਹੋਏ ਨੇ, ਤਾ ਮਹਿ ਸ੍ਰੇਸ਼ਟ ਅਵਤਾਰ। ਹਾਂ, ਫਿਰ ਇਹਨਾਂ ਸਾਰਿਆਂ ਦੇ ਵਿੱਚੋਂ ਜਿਹੜੇ ਪਰਮੇਸ਼ਰ ਦੇ ਚੰਗੇ ਅਵਤਾਰ ਹੋਏ ਨੇ, ਸੰਤਾਂ ਭਗਤਾਂ ਦੇ ਵਿੱਚੋਂ ਸ਼੍ਰੀ ਲక్ష్ਮੀ ਨਾਰਾਇਣ ਭਗਤ ਜਨ, ਫਿਰ ਕਿਹੜੇ ਹੋਏ ਨੇ? ਲక్ష్ਮੀ ਨਾਰਾਇਣ, ਮਾਂ ਵਿਸ਼ਨੂੰ ਦੇ ਅਵਤਾਰ ਮਹਾਕਾਲ ਜੀ ਹੋਏ ਨੇ ਭਗਤ ਜਨਾਂ ਦੇ ਵਾਸਤੇ। ਉਹਨਾਂ ਨੇ ਵੀ ਮਨੁੱਖਾ ਹੀ ਜਾਮਾ ਧਾਰਨ ਕੀਤਾ ਹੈ। ਰਿਖੀਆਂ ਨੇ, ਤਪੀਆਂ ਨੇ, ਭਗਤਾਂ ਨੇ, ਜੋ ਪਰਮੇਸ਼ਰ ਦੀ ਜੋਤ ਰੂਪ ਹੀ ਹੋਏ ਹੈ ਨਾ। ਫਿਰ ਇਹਨਾਂ ਵਿੱਚੋਂ ਜਿਹੜੇ ਸ੍ਰੇਸ਼ਟ ਅਵਤਾਰ ਲక్ష్ਮੀ ਨਾਰਾਇਣ ਦੇ ਅਵਤਾਰ ਮਹਾਕਾਲ ਜੀ ਹੋਏ ਨੇ, ਸਰਬਲੋ ਜੀ ਹੋਏ ਨੇ ਭਗਤ ਜਨਾਂ ਦੇ ਵਾਸਤੇ, ਉਹ ਵੀ ਮਨੁੱਖੇ ਜਾਮੇ ਵਿੱਚ ਹੀ ਆਏ ਨੇ। 52 ਪਰਸਰਾਮ ਰਾਮਚੰਦਰ, ਹਾਂ, ਫਿਰ ਵਿਸ਼ਨੂੰ ਜੀ ਦੇ ਅਵਤਾਰ ਹੋਏ ਨੇ। 52 ਅਵਤਾਰ ਹੋਇਆ ਏ ਬਲ ਰਾਜੇ ਵਾਸਤੇ। ਪਰਸਰਾਮ ਹੋਇਆ ਹੈ, ਰਾਮਚੰਦਰੰ ਹੋਇਆ ਤ੍ਰੇਤੇ ਵਿੱਚ, ਕ੍ਰਿਸ਼ਨ ਚੰਦ ਦੁਆਪਰ ਵਿੱਚ ਹੋਏ ਨੇ। ਜਨਾਰਦਨ ਜਨ ਸੇਵਕਾਂ ਦੇ ਤਾਈਂ ਭਗਤੀ ਰੂਪੀ ਪਾਣੀ ਦੇ ਨਾਲ ਅਰਦਨ ਮਹਿਨੇ ਗਿੱਲਾ ਕਰਨ ਵਾਲੇ ਜਿਹੜੇ ਐਸੇ ਵਿਸ਼ਨੂੰ ਜੀ ਹੋਏ ਨੇ।
ਉਹਨਾਂ ਦੇ ਸ੍ਰੇਸ਼ਟ ਅਵਤਾਰ ਜਿਹੜੇ ਹੋਏ ਨੇ। ਨਰ ਨਾਰਾਇਣ ਮੋਹਨ ਰੂਪ ਭਗਵਾਨ। ਫਿਰ ਨਰ ਨਾਰਾਇਣ ਇਹ ਵੀ ਪਰਮੇਸ਼ਰ ਦਾ ਅਵਤਾਰ ਹੋਇਆ ਵਿਸ਼ਨੂੰ ਜੀ ਦਾ। ਫਿਰ ਮੋਹਣੀ ਰੂਪ ਹੋ ਕਰਕੇ ਭਗਵਾਨ ਆਏ ਨੇ ਵਿਸ਼ਨੂੰ ਜੀ। ਪਰਮ ਪਾਵਨ ਜਗਤ ਗੁਰ। ਹਾਂ, ਫਿਰ ਬਹੁਤੇ ਹੀ ਪਵਿੱਤਰ ਜਿਨ੍ਹਾਂ ਦੇ ਤੁਲ ਗੁਰੂ ਖਾਲਸਾ ਜੀ ਹੋਰ ਕੋਈ ਨਹੀਂ ਹੋਇਆ। ਉਹ ਕੌਣ ਸਨ? ਜਗਤ ਗੁਰ, ਜਗਤ ਦੇ ਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ। ਅਕਾਲ ਪੁਰਖ ਪਰਮੇਸ਼ਰ ਦੇ ਅਵਤਾਰ, ਸਾਰੇ ਅਵਤਾਰਾਂ ਦੇ ਵਿੱਚੋਂ ਸ਼੍ਰੋਮਣੀ ਅਵਤਾਰ। ਨਰ ਤਨ ਧਾਰਿਓ ਪਾਵਨ ਕਰਿਓ ਪਾਵ। ਹਾਂ, ਮਨੁੱਖਾ ਸਰੀਰ ਹੀ ਧਾਰਿਆ ਏ ਨਾ। ਜਿੱਦਾਂ ਦੂਜੇ ਅਵਤਾਰਾਂ ਨੇ ਮਨੁੱਖਾ ਸਰੀਰ ਧਾਰਿਆ, ਰਿਖੀਆਂ ਸੰਤਾਂ ਨੇ, ਫਿਰ ਮਹਾਂਕਾਲ ਨੇ, ਫਿਰ ਵਿਸ਼ਨੂੰ ਜੀ ਦੇ ਅਵਤਾਰ 52 ਪਰਸਰਾਮ ਰਾਮਚੰਦਰ ਗੁਰੂ ਨਾਨਕ ਦੇਵ ਜੀ, ਜੋ ਸਾਰੇ ਅਵਤਾਰਾਂ ਵਿੱਚੋਂ ਬੜੇ ਪਵਿੱਤਰ ਗਿਆਨ ਦੀ ਰੋਸ਼ਨੀ ਨਾਲ ਸਿੱਧਿਆਂ ਕਰਨ ਵਾਲੇ ਲੋਕਾਂ ਦੇ ਵਿੰਗੇ ਮਨਾਂ ਨੂੰ ਉਹਨਾਂ ਸਾਰਿਆਂ ਨੇ ਮਨੁੱਖਾ ਜਨਮ ਹੀ ਧਾਰਿਆ ਏ ਨਾ। ਤੇ ਪਾਵਨ ਕਰਿਓ ਪਾਪ, ਲੁਕਾਈ ਨੂੰ ਪਵਿੱਤਰ ਤੋਂ ਪਵਿੱਤਰ ਕੀਤਾ ਹੈ ਮਨੁੱਖਾ ਜਾਮਾ ਧਾਰ ਕਰਕੇ। ਤਾ ਸਫਲ ਨਰ ਵਿਦਤ ਸੁਰ। ਹਾਂ, ਤਾਂ ਹੀ ਸੁਰ ਦੇਵਤਿਆਂ ਦੇ ਵਿੱਚ ਜੋ ਨਰ ਮਨੁੱਖਾ ਜਾਮਾ ਉਹ ਸਫਲ ਮੈਨੇ ਭਲਾ, ਫਲ ਦੇ ਸਹਿਤ ਸਫਲਾ ਗਿਣਿਆ ਜਾਂਦਾ ਏ। ਇਹ ਗੱਲ ਵੇਦਾਂ ਵਿੱਚ ਵਿਦਿਤ ਪ੍ਰਗਟ ਹੈ, ਕਿਉਂਕਿ ਸਾਰੇ ਅਵਤਾਰ ਮਨੁੱਖਾ ਜਾਮਾ ਧਾਰ ਕੇ ਆਏ ਨੇ। ਦੇਵ ਤਨ ਧਾਰ ਕੇ ਕੋਈ ਅਵਤਾਰ ਨਹੀਂ ਦੁਨੀਆ ਤੇ ਆਇਆ। ਇੱਥੋਂ ਤੱਕ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਨਰ ਨਾਰਾਇਣ ਮੋਹਨ ਰੂਪ ਭਗਵਾਨ। ਪਰਮ ਪਾਵਨ ਜਗਤ ਗੁਰ। ਨਰ ਤਨ ਧਰਿਓ ਪਾਵਨ ਕਰਿਓ ਪਾਵ। ਤਾ ਸਫਲ ਨਰ ਵਿਦਤ ਸੁਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।